ਅੱਜ ਜਲੰਧਰ ਦੌਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਪੀਏਪੀ ਦੇ ਵਿੱਚ 2999 ਕਾਂਸਟੇਬਲ ਦੀ ਪਾਸਿੰਗ ਆਊਟ ਪਰੇਡ 'ਚ ਹੋਣਗੇ ਸ਼ਾਮਿਲ। ਅੱਜ ਪੰਜਾਬ ਬੀਜੇਪੀ ਕੋਰ ਕਮੇਟੀ ਦੀ ਅਹਿਮ ਮੀਟਿੰਗ। ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਪੰਜਾਬ ਭਾਜਪਾ ਪ੍ਰਭਾਰੀ ਵਿਜੇ ਰੂਪਾਣੀ ਦੀ ਅਗਵਾਈ ਦੇ ਵਿੱਚ ਹੋਏਗਾ ਮੰਥਨ। ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਸਵੇਰੇ 10:30 ਵਜੇ ਹੋਏਗੀ ਬੈਠਕ। ਪੰਜਾਬੀ ਫਿਲਮ ਬੂਹੇ ਬਾਰੀਆਂ ਤੇ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਮਾਮਲਾ ਦਰਜ। ਫਿਲਮ ਦੇ ਡਾਇਰੈਕਟਰ ਉਦੇ ਪ੍ਰਤਾਪ ਸਿੰਘ, ਰਾਈਟਰ ਜਗਦੀਪ ਸਿੰਘ ਤੇ ਨੀਰੂ ਬਾਜਵਾ ਦੇ ਖਿਲਾਫ FIR। ਫਿਲਮ ਦੇ ਵਿੱਚ ਵਾਲਮੀਕ ਭਾਈਚਾਰੇ ਨੂੰ ਨੀਵਾਂ ਦਿਖਾਉਣ ਦੇ ਇਲਜ਼ਾਮ। ਲੁਧਿਆਣਾ ਦੇ ਸਰਾਭਾ ਨਗਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਦੂਜੀ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ। ਸੜਕ ਤੇ ਹੀ ਪਲਟੀ ਕਾਰ CCTV ਵਿੱਚ ਕੈਦ ਹੋਈ ਘਟਨਾ। ਪਠਾਨਕੋਟ ਦੇ ਪਿੰਡ ਛੋਟੇਪੁਰ ਦੇ ਵਿੱਚ ਮੋਬਾਈਲ ਟਾਵਰ ਤੇ ਚੜੇ ਦੋ ਬਜ਼ੁਰਗ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਪਿਛਲੇ 15 ਦਿਨਾਂ ਦੇ ਰਹੇ ਸੀ ਧਰਨਾ। ਨਿਸ਼ਾਨਦੇਹੀ ਨਾ ਹੋਣ ਤੇ ਪਰੇਸ਼ਾਨ ਹੋ ਕੇ ਚੁੱਕਿਆ ਕਦਮ। ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਅੱਜ ਪਹਿਲਾ ਮੁਕਾਬਲਾ। ਮੋਹਾਲੀ ਦੇ PCA ਸਟੇਡੀਅਮ ਦੇ ਵਿੱਚ ਭਿੜਣਗੀਆਂ ਦੋਵੇਂ ਟੀਮਾਂ। ਦੁਪਹਿਰ 1:30 ਵਜੇ ਸ਼ੁਰੂ ਹੋਏਗਾ ਮੈਚ। ਵਿਆਹ ਦੇ ਲਈ ਉਦੈਪੁਰ ਰਵਾਨਾ ਹੋਏ ਰਾਘਵ ਤੇ ਪਰਨੀਤੀ। 24 ਸਤੰਬਰ ਨੂੰ ਹੋਏਗਾ ਵਿਆਹ। ਦੋਹਾਂ ਦੇ ਪਰਿਵਾਰਾਂ ਸਣੇ ਕੁਝ ਕਰੀਬੀਆਂ ਨੂੰ ਦਿੱਤਾ ਗਿਆ ਸੱਦਾ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ। ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਤੋਂ। ਪੰਜਾਬੀ ਰੈਪਰ ਸ਼ੁਭ ਨੇ ਚੁੱਪੀ ਤੋੜੀ ਹੈ। ਵਿਵਾਦਾਂ ਦੇ ਵਿੱਚ ਘਿਰੇ ਸਨ ਤਾਂ ਹੁਣ ਚੁੱਪੀ ਤੋੜੀ ਗਈ ਹੈ ਉਹਨਾਂ ਦੇ ਵੱਲੋਂ ਔਰ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਗਈ ਹੈ। ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਉਹਨਾਂ ਨੇ ਬਿਆਨ ਦਿੱਤਾ ਹੈ, ਭਾਰਤ ਦੌਰਾ ਰੱਦ ਹੋਣ ਦੇ ਨਾਲ ਬਹੁਤ ਨਿਰਾਸ਼ ਹਾਂ। ਸ਼ੁਭ ਨੇ ਕਿਹਾ ਹੈ, ਭਾਰਤ ਮੇਰਾ ਵਿਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਸੀ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਦੇ ਵਿੱਚ ਹੈ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਸ਼ੁਭ ਦਾ ਇਹ ਵੀ ਕਹਿਣਾ ਹੈ, ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕਰੋ। ਸ਼ੁਭ ਨੇ ਵੀ ਕਿਹਾ ਹੈ, ਵਿਵਾਦਿਤ ਨਕਸ਼ਾ ਸ਼ੇਅਰ ਕਰਨ ਤੇ ਸਫਾਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੋਸਟ ਸ਼ੇਅਰ ਕਰਨ ਦੇ ਪਿੱਛੇ ਮੇਰਾ ਮਕਸਦ ਪੰਜਾਬ ਦੇ ਲਈ ਪ੍ਰਾਰਥਨਾ ਕਰਨਾ ਸੀ ਤੇ ਪੰਜਾਬ ਦੇ ਵਿੱਚ ਬਿਜਲੀ ਤੇ ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਸਨ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਹੀਂ ਸੀ। ਉਹਨਾਂ ਨੇ ਇਹ ਵੀ ਲਿਖਿਆ ਹੈ, ਮੈਂ ਤੇ ਮੇਰੀ ਟੀਮ ਜਲਦ ਹੀ ਵਾਪਸ ਆਵਾਂਗੇ। ਸ਼ੁਭ ਦੇ ਵੱਲੋਂ ਇਹ ਕਿਹਾ ਗਿਆ ਹੈ। ਪੋਸਟ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਲਿਖਿਆ ਹੈ ਔਰ ਆਪਣੀ ਸਫਾਈ ਪੇਸ਼ ਕੀਤੀ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸ਼ੁਭ ਸੁਰਖੀਆਂ ਦੇ ਵਿੱਚ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਨਕਸ਼ਾ ਸ਼ੇਅਰ ਕੀਤਾ ਸੀ ਔਰ ਉਸ ਦੇ ਵਿੱਚ ਪੰਜਾਬ ਤੇ ਕਸ਼ਮੀਰ, ਜੰਮੂ ਕਸ਼ਮੀਰ ਨਹੀਂ ਸਨ ਤਾਂ ਉਸ ਤੋਂ ਬਾਅਦ ਉਹਨਾਂ ਤੇ ਇਲਜ਼ਾਮ ਲੱਗੇ ਔਰ ਬੀਜੇਪੀ ਯੁਵਾ ਮੋਰਚਾ ਹੈ ਤਾਂ ਉਹਨਾਂ ਦੇ ਵੱਲੋਂ ਪੋਸਟਰਾਂ ਤੇ ਕਾਲਖ ਤੱਕ ਪੋਤੀ ਗਈ। ਉਹਨਾਂ ਨੇ ਕਿਹਾ ਕਿ ਸ਼ੋਅ ਨਹੀਂ ਹੋਣ ਦੇਵਾਂਗੇ। ਮੁੰਬਈ ਦੇ ਵਿੱਚ ਸ਼ੋਅ ਸਨ ਔਰ ਉਸ ਤੋਂ ਬਾਅਦ ਸ਼ੋਅਜ਼ ਵੀ ਰੱਦ ਹੋ ਗਏ। ਸਪਾਂਸਰਸ਼ਿਪ ਜਿਹੜੀ ਹੈ ਉਹ ਵੀ ਵਾਪਸ ਲੈ ਲੇਗੀ ਬੋਰਡ ਦੇ ਵੱਲੋਂ ਔਰ ਦੌਰਾ ਜਿਹੜਾ ਹੈ ਉਹ ਵੀ ਰੱਦ ਹੋਇਆ ਜਿਸ ਤੋਂ ਬਾਅਦ ਹੁਣ ਸਾਰਾ ਵਿਵਾਦ ਹੋਣ ਤੋਂ ਬਾਅਦ ਸ਼ੁਭ ਦੀ ਸਫਾਈ ਸਾਹਮਣੇ। पोस्ट दिखा रहे हैं जिस तरीके दे नाल ये सारा कुछ देखा गया। अंतरराष्ट्रीय मंच ते लियाउणा मेरी जिंदगी दा सुपना सी, पर हाल ही विच वापरीਆਂ ਘਟਨਾਵਾਂ ਨਾਲ ਮੇਰੀ ਮਿਹਨਤ ਤੇ ਤਰੱਕੀ ਨੂੰ ਭਾਰਤ ਦੇ ਪੰਜਾਬ ਤੋਂ ਆਉਣ ਵਾਲੇ ਇੱਕ ਨੌਜਵਾਨ ਰੈਪਰ ਗਾਇਕ ਵਜੋਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀ, ਪਰ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਨਾਲ ਮੇਰੀ ਮਿਹਨਤ ਤੇ ਤਰੱਕੀ ਨੂੰ ਢਾਹ ਲੱਗੀ ਹੈ ਅਤੇ ਮੈਂ ਆਪਣੀ ਨਿਰਾਸ਼ਾ ਤੇ ਦੁੱਖ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ। ਮੈਂ ਭਾਰਤ 'ਚ ਆਪਣੇ ਦੌਰੇ ਦੇ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ 'ਚ ਆਪਣੇ ਲੋਕਾਂ ਦੇ ਸਾਹਮਣੇ ਪਰਫਾਰਮ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ ਤੇ ਸੀ ਅਤੇ ਮੈਂ ਪਿਛਲੇ 2 ਮਹੀਨਿਆਂ ਤੋਂ ਪੂਰੇ ਦਿਲ ਨਾਲ ਪ੍ਰੈਕਟਿਸ ਕਰ ਰਿਹਾ ਸੀ। ਮੈਂ ਪਰਫਾਰਮ ਕਰਨ ਲਈ ਬਹੁਤ ਉਤਸ਼ਾਹਿਤ, ਖੁਸ਼ ਅਤੇ ਤਿਆਰ ਸੀ, ਪਰ ਮੈਨੂੰ ਲੱਗਦਾ ਹੈ ਕਿ ਕਿਸਮਤ ਦੀ ਕੁਝ ਹੋਰ ਪਲੈਨਿੰਗ ਸੀ। ਭਾਰਤ ਮੇਰਾ ਵਿਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਹੈ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਸ਼ਾਨ ਤੇ ਪਰਿਵਾਰ ਲਈ ਕੁਰਬਾਨੀਆਂ ਦੇਣ ਲਈ ਅੱਖ ਝਪਕਣ ਦਾ ਸਮਾਂ ਤੱਕ ਨਹੀਂ ਲਗਾਇਆ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਵਿੱਚ ਹੈ। ਮੈਂ ਅੱਜ ਜੋ ਵੀ ਹਾਂ ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਦੇ ਹਰ ਮੋੜ ਤੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕੀਤਾ ਜਾਵੇ।
ਉਸ ਪੋਸਟ ਨੂੰ ਸ਼ੇਅਰ ਕਰਨ ਦਾ ਮੇਰਾ ਇਰਾਦਾ ਸਿਰਫ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ, ਕਿਉਂਕਿ ਸੂਬੇ ਭਰ 'ਚ ਬਿਜਲੀ ਅਤੇ ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਸੀ। ਇਸ ਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੇਰੇ ਤੇ ਲੱਗੇ ਇਲਜ਼ਾਮਾਂ ਨੇ ਮੈਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ, ਪਰ ਜਿਵੇਂ ਕਿ ਮੇਰੇ ਗੁਰੂ ਨੇ ਮੈਨੂੰ ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ ਦਾ ਉਪਦੇਸ਼ ਦਿੱਤਾ ਹੈ, ਉਹਨਾਂ ਨੇ ਮੈਨੂੰ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ 'ਚ ਆਉਣਾ ਹੈ। ਇਹੀ ਪੰਜਾਬੀਅਤ ਦਾ ਮੂਲ ਹੈ। ਮੈਂ ਸਖਤ ਮਿਹਨਤ ਕਰਦਾ ਰਹਾਂਗਾ। ਮੈਂ ਅਤੇ ਮੇਰੀ ਟੀਮ ਜਲਦ ਹੀ ਮਜ਼ਬੂਤ ਹੋ ਕੇ ਵਾਪਸ ਆਵਾਂਗੇ। ਵਾਹਿਗੁਰੂ ਮਿਹਰ ਕਰੇ ਸਰਬੱਤ ਦਾ ਭਲਾ। ਤਾਂ ਸ਼ੁਭ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ। ਉਧਰ ਸਿੰਗਰ ਸ਼ੁਭ ਦੇ ਹੱਕ ਦੇ ਵਿੱਚ ਪੰਜਾਬੀ ਸਿੰਗਰ ਆਏ ਨੇ ਗੈਰੀ ਸੰਧੂ ਅਤੇ ਕਰਨ ਔਜਲਾ ਦੇ ਵੱਲੋਂ ਸਪੋਰਟ ਕੀਤੀ ਗਈ ਹੈ। ਇਹ ਦੁਨੀਆ ਦਾ ਦਸਤੂਰ ਉਹਨਾਂ ਨੇ ਕਿਹਾ ਹੈ, ਪਰਵਾਹ ਨਾ ਕਰੀ ਵੀਰ। ਗੈਰੀ ਸੰਧੂ ਦੀ ਦੂਜੇ ਸਿੰਗਰਸ ਨੂੰ ਵੀ ਸਲਾਹ ਹੈ, ਇੱਕ ਦੂਜੇ ਦੇ ਹੱਕ ਦੇ ਵਿੱਚ ਖੜੇ ਹੋਵੋ। ਗੈਰੀ ਸੰਧੂ ਨੇ ਕਿਹਾ ਹੈ ਟੀਮ ਸਿੱਧੂ ਮੂਸੇਵਾਲਾ ਵੀ ਸ਼ੁਭ ਦੇ ਹੱਕ ਦੇ ਵਿੱਚ ਆਈ ਹੈ। ਆਪਣੇ ਭਾਈਚਾਰੇ ਦੀ ਵਕਾਲਤ ਕਰਨਾ ਅੱਤਵਾਦ ਦੇ ਬਰਾਬਰ ਕਿਵੇਂ ਹੋ ਸਕਦਾ ਹੈ? ਟੀਮ ਮੂਸੇਵਾਲਾ ਨੇ ਪੁੱਛਿਆ ਹੈ। ਸੰਗੀਤ ਜਾਤ ਅਤੇ ਧਰਮ ਤੋਂ ਪਰੇ ਹੈ। ਇਸ ਨਫ਼ਰਤ ਕਾਰਨ ਅਸੀਂ ਸਿੱਧੂ ਮੂਸੇਵਾਲਾ ਨੂੰ ਗਵਾ ਦਿੱਤਾ ਹੈ, ਟੀਮ ਮੂਸੇਵਾਲਾ ਨੇ ਕਿਹਾ ਹੈ। ਤਾਂ ਸਿੱਧੇ ਤੌਰ ਤੇ ਪੰਜਾਬੀ ਇੰਡਸਟਰੀ ਦੇ ਜਿਹੜੇ ਵੱਡੇ ਨਾਂ ਨੇ ਉਹ ਹੱਕ ਦੇ ਵਿੱਚ ਆਏ ਨੇ ਸ਼ੁਭ ਦੇ। ਗੈਰੀ ਸੰਧੂ ਹੋਣ ਭਾਵੇਂ ਕਰਨ ਔਜਲਾ ਹੋਣ ਜਾਂ ਟੀਮ ਹੋਵੇ ਸਿੱਧੂ ਮੂਸੇਵਾਲਾ ਦੀ, ਤਾਂ ਹੱਕ ਦੇ ਵਿੱਚ ਖੜੇ ਨੇ। ਉਹਨਾਂ ਨੇ ਕਿਹਾ ਕਿ ਇੱਕ ਦੂਜੇ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਜਦੋਂ ਇਸ ਤਰੀਕੇ ਦਾ ਕਿਸੇ ਤੇ ਸਮਾਂ ਆਵੇ। ਦੇ ਪੰਜਾਬੀ ਸਿੰਗਰ ਇੱਕ ਦੂਜੇ ਲਈ ਖੜਦੇ ਨਹੀਂ ਖੜਦੇ ਭਰਾ। ਮੇਰੇ ਤੇ 295 ਦੇ ਪਰਚੇ ਪਏ। ਮੈਂ, ਮੇਰੇ ਨਾਲ ਦੇ ਤੇ ਮੇਰਾ ਟੱਬਰ ਜਾਣੀ ਕਿ ਮੇਰੇ ਮਾਂ ਪਿਓ, ਅਸੀਂ ਲੋਕਾਂ ਨੇ ਸਫ਼ਰ ਕੀਤਾ, ਕੋਈ ਨਹੀਂ ਖੜਿਆ। ਤੇ ਔਰ ਦੂਸਰੇ ਤੇ ਕੀ ਨਾਮ ਉਹਦਾ ਆਪਣਾ ਰਣਜੀਤ ਬਾਵਾ ਕਨਵਰ ਗਰੇਵਾਲ, ਉਹਨਾਂ ਨਾਲ ਕੌਣ ਖੜਿਆ? ਤੇ ਵੈਸੇ ਵੀ ਛੋਟੀ ਜਿਹੀ ਫੈਮਿਲੀ ਆਪਾਂ, ਸਾਨੂੰ ਇੱਕ ਦੂਜੇ ਲਈ ਖੜਨਾ ਚਾਹੀਦਾ ਬਾਕੀ ਗਲਤ ਤਾਂ ਕੋਈ ਵੀ ਨਹੀਂ ਹੁੰਦਾ, ਕੋਈ ਨਾ ਕੋਈ ਤਾਂ ਰੀਜ਼ਨ ਬਣ ਹੀ ਜਾਂਦਾ ਕੋਈ ਵੀ ਗਲਤੀ ਕਰ ਸਕਦਾ ਇਸ ਦੁਨੀਆ ਵਿੱਚ। ਤੇ ਵੈਸੇ ਅਸੀਂ ਛੋਟਾ ਜਿਹਾ ਟੱਬਰ ਆ, ਇੱਕ ਦੂਜੇ ਲਈ ਖੜੋ। ਲਵ ਯੂ ਆ। ਇਹ ਦੁਨੀਆ ਦਾ ਦਸਤੂਰ ਹੈ, ਪਰਵਾਹ ਨਾ ਕਰੀ ਵੀਰ। ਇਹ ਦੁਨੀਆ ਦਾ ਦਸਤੂਰ ਹੈ, ਪਰਵਾਹ ਨਾ ਕਰੀ ਵੀਰ। ਹਾਲ ਹੀ ਦੇ ਹਫ਼ਤੇ 'ਚ ਅਸੀਂ ਦੇਖਿਆ ਕਿ ਸਾਡੇ ਸਿੱਖ ਭਾਈਚਾਰੇ 'ਚ ਤਣਾਅ ਦੀ ਭਾਵਨਾ ਵਧ ਰਹੀ ਹੈ। ਇਹ ਸੱਚਮੁੱਚ ਨਿਰਾਸ਼ਾਜਨਕ ਹੈ ਕਿ ਪੰਜਾਬੀਆਂ ਤੋਂ ਉਹਨਾਂ ਦੀ ਦੇਸ਼ ਭਗਤੀ ਦੇ ਸਬੂਤ ਮੰਗੇ ਜਾ ਰਹੇ ਨੇ। ਭਾਰਤ 'ਚ ਘੱਟ ਗਿਣਤੀ ਹੋਣ ਦੇ ਨਾਤੇ ਇਹ ਬਿਨਾਂ ਸ਼ੱਕ ਇੱਕ ਚੁਣੌਤੀਪੂਰਨ ਤਜਰਬਾ ਹੈ। ਸਾਡੇ ਭਾਈਚਾਰੇ ਪ੍ਰਤੀ ਦੁਸ਼ਮਣੀ ਰਾਜਨੀਤੀ ਤੋਂ ਪ੍ਰੇਰਿਤ ਜਾਪਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵੰਡੀਆਂ ਪਾਉਣ ਵਾਲੇ ਬਿਰਤਾਂਤ ਵਿੱਚ ਕਈ ਮਸ਼ਹੂਰ ਹਸਤੀਆਂ ਕਿਵੇਂ ਫਸ ਜਾਂਦੀਆਂ ਨੇ। ਸਿੱਧੂ ਨੇ ਲਗਾਤਾਰ ਆਪਣੇ ਲੋਕਾਂ ਦੀ ਵਕਾਲਤ ਕੀਤੀ। ਬਿਨਾਂ ਪੁਖਤਾ ਸਬੂਤ ਦੇ ਕਿਸੇ ਨੂੰ ਅੱਤਵਾਦੀ ਲੇਬਲ ਦਿੱਤਾ ਜਾਣਾ ਬਹੁਤ ਅਫਸੋਸ ਵਾਲੀ ਗੱਲ ਹੈ। ਸ਼ੁਭ ਦਾ ਵੀ ਅਜਿਹਾ ਹੀ ਹਾਲ ਹੋਇਆ ਹੈ। ਨੇਕ ਇਰਾਦਿਆਂ ਨਾਲ ਪੋਸਟ ਕੀਤੀ ਗਈ ਇੱਕ ਇੰਸਟਾਗ੍ਰਾਮ ਸਟੋਰੀ ਨੇ ਅਚਾਨਕ ਰਾਸ਼ਟਰੀ ਦੁਸ਼ਮਣੀ ਦੀ ਭਾਵਨਾ ਭੜਕਾ ਦਿੱਤੀ। ਘੱਟ ਗਿਣਤੀ ਭਾਈਚਾਰਿਆਂ ਦੇ ਕਲਾਕਾਰਾਂ ਨੂੰ ਲਗਾਤਾਰ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਸੰਗੀਤ ਜਾਤ ਅਤੇ ਧਰਮ ਤੋਂ ਪਰੇ ਹੈ। ਇਸ ਨਫ਼ਰਤ ਕਾਰਨ ਅਸੀਂ ਸਿੱਧੂ ਮੂਸੇਵਾਲਾ ਨੂੰ ਗਵਾ ਦਿੱਤਾ ਹੈ। ਇਹ ਕਦੋਂ ਖਤਮ ਹੋਵੇਗਾ? ਆਪਣੇ ਭਾਈਚਾਰੇ ਦੀ ਵਕਾਲਤ ਕਰਨਾ ਅੱਤਵਾਦ ਦੇ ਬਰਾਬਰ ਕਿਵੇਂ ਹੋ ਸਕਦਾ ਹੈ? ਹਾਲ ਹੀ ਦੇ ਹਫ਼ਤੇ 'ਚ ਅਸੀਂ ਦੇਖਿਆ ਕਿ ਸਾਡੇ ਸਿੱਖ ਭਾਈਚਾਰੇ 'ਚ ਤਣਾਅ ਦੀ ਭਾਵਨਾ ਵਧ ਰਹੀ ਹੈ। ਇਹ ਸੱਚਮੁੱਚ ਨਿਰਾਸ਼ਾਜਨਕ ਹੈ ਕਿ ਪੰਜਾਬੀਆਂ ਤੋਂ ਉਹਨਾਂ ਦੀ ਦੇਸ਼ ਭਗਤੀ ਦੇ ਸਬੂਤ ਮੰਗੇ ਜਾ ਰਹੇ ਨੇ। ਭਾਰਤ 'ਚ ਘੱਟ ਗਿਣਤੀ ਹੋਣ ਦੇ ਨਾਤੇ ਇਹ ਬਿਨਾਂ ਸ਼ੱਕ ਇੱਕ ਚੁਣੌਤੀਪੂਰਨ ਤਜਰਬਾ ਹੈ। ਸਾਡੇ ਭਾਈਚਾਰੇ ਪ੍ਰਤੀ ਦੁਸ਼ਮਣੀ ਰਾਜਨੀਤੀ ਤੋਂ ਪ੍ਰੇਰਿਤ ਜਾਪਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵੰਡੀਆਂ ਪਾਉਣ ਵਾਲੇ ਬਿਰਤਾਂਤ ਵਿੱਚ ਕਈ ਮਸ਼ਹੂਰ ਹਸਤੀਆਂ ਕਿਵੇਂ ਫਸ ਜਾਂਦੀਆਂ ਨੇ। ਸਿੱਧੂ ਨੇ ਲਗਾਤਾਰ ਆਪਣੇ ਲੋਕਾਂ ਦੀ ਵਕਾਲਤ ਕੀਤੀ। ਬਿਨਾਂ ਪੁਖਤਾ ਸਬੂਤ ਦੇ ਕਿਸੇ ਨੂੰ ਅੱਤਵਾਦੀ ਲੇਬਲ ਦਿੱਤਾ ਜਾਣਾ ਬਹੁਤ ਅਫਸੋਸ ਵਾਲੀ ਗੱਲ ਹੈ। ਸ਼ੁਭ ਦਾ ਵੀ ਅਜਿਹਾ ਹੀ ਹਾਲ ਹੋਇਆ ਹੈ। ਨੇਕ ਇਰਾਦਿਆਂ ਨਾਲ ਪੋਸਟ ਕੀਤੀ ਗਈ ਇੱਕ ਇੰਸਟਾਗ੍ਰਾਮ ਸਟੋਰੀ ਨੇ ਅਚਾਨਕ ਰਾਸ਼ਟਰੀ ਦੁਸ਼ਮਣੀ ਦੀ ਭਾਵਨਾ ਭੜਕਾ ਦਿੱਤੀ। ਘੱਟ ਗਿਣਤੀ ਭਾਈਚਾਰਿਆਂ ਦੇ ਕਲਾਕਾਰਾਂ ਨੂੰ ਲਗਾਤਾਰ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਸੰਗੀਤ ਜਾਤ ਅਤੇ ਧਰਮ ਤੋਂ ਪਰੇ ਹੈ।
ਇਸ ਨਫ਼ਰਤ ਕਾਰਨ ਅਸੀਂ ਸਿੱਧੂ ਮੂਸੇਵਾਲਾ ਨੂੰ ਗਵਾ ਦਿੱਤਾ ਹੈ। ਇਹ ਕਦੋਂ ਖਤਮ ਹੋਵੇਗਾ? ਆਪਣੇ ਭਾਈਚਾਰੇ ਦੀ ਵਕਾਲਤ ਕਰਨਾ ਅੱਤਵਾਦ ਦੇ ਬਰਾਬਰ ਕਿਵੇਂ ਹੋ ਸਕਦਾ ਹੈ? ਭਾਰਤ ਦੇ ਪੰਜਾਬ ਤੋਂ ਆਉਣ ਵਾਲੇ ਇੱਕ ਨੌਜਵਾਨ ਰੈਪਰ ਗਾਇਕ ਵਜੋਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਪਨਾ ਸੀ। ਪਰ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਨਾਲ ਮੇਰੀ ਮਿਹਨਤ ਅਤੇ ਤਰੱਕੀ ਨੂੰ ਢਾਹ ਲੱਗੀ ਹੈ ਅਤੇ ਮੈਂ ਆਪਣੀ ਨਿਰਾਸ਼ਾ ਅਤੇ ਦੁੱਖ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ। ਮੈਂ ਭਾਰਤ 'ਚ ਆਪਣੇ ਦੌਰੇ ਦੇ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ 'ਚ ਆਪਣੇ ਲੋਕਾਂ ਦੇ ਸਾਹਮਣੇ ਪਰਫਾਰਮ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ ਤੇ ਸੀ ਅਤੇ ਮੈਂ ਪਿਛਲੇ 2 ਮਹੀਨਿਆਂ ਤੋਂ ਪੂਰੇ ਦਿਲ ਨਾਲ ਪ੍ਰੈਕਟਿਸ ਕਰ ਰਿਹਾ ਸੀ। ਮੈਂ ਪਰਫਾਰਮ ਕਰਨ ਲਈ ਬਹੁਤ ਉਤਸ਼ਾਹਿਤ, ਖੁਸ਼ ਅਤੇ ਤਿਆਰ ਸੀ, ਪਰ ਮੈਨੂੰ ਲੱਗਦਾ ਹੈ ਕਿ ਕਿਸਮਤ ਦੀ ਕੁਝ ਹੋਰ ਪਲੈਨਿੰਗ ਸੀ। ਭਾਰਤ ਮੇਰਾ ਵੀ ਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਹੈ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਸ਼ਾਨ ਤੇ ਪਰਿਵਾਰ ਲਈ ਕੁਰਬਾਨੀਆਂ ਦੇਣ ਲਈ ਅੱਖ ਝਪਕਣ ਦਾ ਸਮਾਂ ਤੱਕ ਨਹੀਂ ਲਗਾਇਆ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖੂਨ ਵਿੱਚ ਹੈ। ਮੈਂ ਅੱਜ ਜੋ ਵੀ ਹਾਂ ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਦੇ ਹਰ ਮੋੜ ਤੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕੀਤਾ ਜਾਵੇ। ਉਸ ਪੋਸਟ ਨੂੰ ਸ਼ੇਅਰ ਕਰਨ ਦਾ ਮੇਰਾ ਇਰਾਦਾ ਸਿਰਫ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ, ਕਿਉਂਕਿ ਸੂਬੇ ਭਰ 'ਚ ਬਿਜਲੀ ਅਤੇ ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਸੀ। ਇਸ ਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੇਰੇ ਤੇ ਲੱਗੇ ਇਲਜ਼ਾਮਾਂ ਨੇ ਮੈਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ, ਪਰ ਜਿਵੇਂ ਕਿ ਮੇਰੇ ਗੁਰੂ ਨੇ ਮੈਨੂੰ ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ ਦਾ ਉਪਦੇਸ਼ ਦਿੱਤਾ ਹੈ, ਉਹਨਾਂ ਨੇ ਮੈਨੂੰ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ 'ਚ ਆਉਣਾ ਹੈ। ਇਹੀ ਪੰਜਾਬੀਅਤ ਦਾ ਮੂਲ ਹੈ। ਮੈਂ ਸਖਤ ਮਿਹਨਤ ਕਰਦਾ ਰਹਾਂਗਾ। ਮੈਂ ਅਤੇ ਮੇਰੀ ਟੀਮ ਜਲਦ ਹੀ ਮਜ਼ਬੂਤ ਹੋ ਕੇ ਵਾਪਸ ਆਵਾਂਗੇ। ਵਾਹਿਗੁਰੂ ਮਿਹਰ ਕਰੇ ਸਰਬੱਤ ਦਾ ਭਲਾ। ਅੱਗੇ ਵਧਦੇ ਹਾਂ ਤਾਂ ਕੈਨੇਡਾ ਦੇ PM ਟਰੂਡੋ ਨੇ ਫਿਰ ਦੁਹਰਾਇਆ ਹੈ ਕਿ ਭਾਰਤ ਜਾਂਚ ਦੇ ਵਿੱਚ ਸਹਿਯੋਗ ਕਰੇ ਔਰ ਸੱਚ ਸਾਹਮਣੇ ਲਿਆਉਣ ਦੇ ਲਈ ਭਾਰਤ ਸਹਿਯੋਗ ਕਰੇ। ਉਹਨਾਂ ਨੇ ਕਿਹਾ ਹੈ ਨਿੱਜਰ ਦੇ ਕਤਲ ਦਾ ਮੁੱਦਾ ਭਾਰਤ ਦੇ ਕੋਲ ਚੁੱਕਿਆ ਤਾਂ PM ਮੋਦੀ ਦੇ ਨਾਲ ਸਿੱਧੀ ਤੇ ਸਪਸ਼ਟ ਗੱਲਬਾਤ ਹੋਈ ਹੈ। ਇਹ ਵੀ ਟਰੂਡੋ ਨੇ ਕਿਹਾ ਹੈ ਭਾਰਤ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਵੇ ਤਾਂ ਕਿ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ। ਹਾਊਸ ਆਫ ਕਾਮਨ ਦੇ ਵਿੱਚ ਬੇਹੱਦ ਗੰਭੀਰਤਾ ਦੇ ਨਾਲ ਬਿਆਨ ਦਿੱਤਾ ਹੈ ਤਾਂ ਇਲਜ਼ਾਮ ਬੇਹੱਦ ਭਰੋਸੇਯੋਗ ਅਤੇ ਗੰਭੀਰ ਨੇ। ਟਰੂਡੋ ਨੇ ਕਿਹਾ ਹੈ ਤਾਂ ਜ਼ਿਕਰਯੋਗ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਸਾਡੀ ਪ੍ਰਕਿਰਿਆ ਬਹੁਤ ਬਰੀਕ ਤੇ ਨਿਰਪੱਖ ਹੈ। ਸਾਡੇ ਕੋਲ ਨਿਪੁੰਨ ਤੇ ਨਿਰਪੱਖ ਜਸਟਿਸ ਸਿਸਟਮ ਹੈ। ਸਾਡੇ ਲਈ ਇਹ ਗੰਭੀਰ ਮੁੱਦਾ ਹੈ ਤਾਂ ਟਰੂਡੋ ਦੇ ਵੱਲੋਂ ਫਿਰ ਤੋਂ ਇਹ ਕਿਹਾ ਗਿਆ ਹੈ ਔਰ ਜ਼ੋਰ ਦੇ ਕੇ ਇਸ ਵਾਰ ਕਹਿ ਸਕਦੇ ਹਾਂ ਕਿ ਕਿਹਾ ਗਿਆ ਹੈ ਜਿਸ ਤਰੀਕੇ ਦੇ ਨਾਲ ਤਲਖੀ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਬਣੀ ਹੋਈ ਹੈ ਉਸ ਦੇ ਵਿਚਾਲੇ ਇਹ ਬਿਆਨ ਇਸ ਸਮੇਂ ਕਾਫੀ ਜ਼ਿਆਦਾ ਮਾਇਨੇ ਰੱਖਦਾ ਹੈ। I'm repeating what I said on Monday afternoon, that there are credible allegations that we need to take extremely seriously as Canadians and indeed as a world. Prime Minister Modi confirm or deny these allegations when you talked to him about them? As I said, I had a direct and frank conversation with the Prime Minister in which I shared my concerns in no uncertain terms. Hi, Prime Minister Tom Perry, CBC. Can I ask you, you've been asked about this already, but India has suspended visa services here in Canada. Are we going to reciprocate? Are you going to take some kind of action, tit-for-tat action in this? We call upon the government of India to take seriously this matter and to work with us to shed full transparency and ensure accountability and justice in this matter. I'm repeating what I said on Monday afternoon, that there are credible allegations that we need to take extremely seriously as Canadians and indeed as a world. Prime Minister Modi confirm or deny these allegations when you talked to him about them? As I said, I had a direct and frank conversation with the Prime Minister
in which I shared my concerns in no uncertain terms. Hi, Prime Minister Tom Perry, CBC. Can I ask you, you've been asked about this already, but India has suspended visa services here in Canada. Are we going to reciprocate? Are you going to take some kind of action, tit-for-tat action in this? We call upon the government of India to take seriously this matter and to work with us to shed full transparency and ensure accountability and justice in this matter. We're standing up for the rules-based order. We're standing up for the rule of law. We're highlighting how unacceptable it would be for any country to be involved in the killing of a citizen on their own home soil. And that's something we will continue to stand for. ਤਾਂ ਕੈਨੇਡਾ ਦੇ ਪੀਐਮ ਟਰੂਡੋ ਨੇ ਫਿਰ ਇਹ ਦੁਹਰਾਇਆ ਹੈ। ਉਹਨਾਂ ਨੇ ਕਿਹਾ ਹੈ ਭਾਰਤ ਜਾਂਚ ਦੇ ਵਿੱਚ ਸਹਿਯੋਗ ਕਰੇ। ਉਹਨਾਂ ਨੇ ਕਿਹਾ ਕਿ ਬੇहद ਗੰਭੀਰ ਮਸਲਾ ਹੈ ਔਰ ਕੈਨੇਡਾ ਦਾ ਜਿਹੜਾ ਸਿਸਟਮ ਹੈ ਉਹ ਬੇहद ਹੀ ਸਹੀ ਹੈ, ਨਿਰਪੱਖ ਹੈ। ਤਾਂ ਮਨਜਿੰਦਰ ਸਿਰਸਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਬੀਜੇਪੀ ਆਗੂ ਨੇ। ਸਿਰਸਾ ਸਾਹਿਬ, ਫਿਰ ਤੋਂ ਪੀਐਮ ਟਰੂਡੋ ਇਹ ਕਹਿ ਰਹੇ ਨੇ, ਉਹਨਾਂ ਨੇ ਫਿਰ ਤੋਂ ਦੁਹਰਾਇਆ ਹੈ ਕਿ ਭਾਰਤ ਨੂੰ ਸਹਿਯੋਗ ਕਰਨਾ ਪਏਗਾ, ਮਸਲਾ ਜਿਹਾ ਹੈ ਔਰ ਉਹਨਾਂ ਦੇ ਜਿਹੜੇ ਇਲਜ਼ਾਮ ਨੇ ਬੜੇ ਭਰੋਸੇਯੋਗ ਨੇ। ਕਿਸੇ ਬਿਹਾਫ ਤੇ ਉਹਨਾਂ ਨੇ ਇਲਜ਼ਾਮ ਲਗਾਏ। ਨਹੀਂ ਦੇਖੋ, ਉਹ ਜਿਹੜੀ ਦੋ ਅਲੱਗ-ਅਲੱਗ ਗੱਲਾਂ ਨੇ। ਜਿਸ ਤੱਕ ਸਹਿਯੋਗ ਦੀ ਗੱਲ ਆ, ਉੱਤੇ ਕਿਸੇ ਵੀ ਕੰਟਰੀ ਨੂੰ ਦੂਜੀ ਕੰਟਰੀ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪਰ ਟਰੂਡੋ ਦੱਸਣ ਕਿਸ ਤਰ੍ਹਾਂ ਸਹਿਯੋਗ ਮੰਗਦੇ ਨੇ। ਕਿਆ ਸਾਡੀ ਕਿਸੇ ਏਜੰਸੀ ਨੂੰ ਉੱਥੇ ਬਣਾਉਣਾ ਚਾਹੁੰਦੇ ਨੇ? ਕਿਆ ਉਹ ਕੁਝ ਚਾਹੁੰਦੇ ਨੇ ਕਿ ਅਸੀਂ ਆ ਕੇ ਉੱਥੇ ਇਨਵੈਸਟੀਗੇਸ਼ਨ ਕਰੀਏ? ਟਰੂਡੋ ਸਿਰਫ ਔਰ ਸਿਰਫ ਸਟੇਟਮੈਂਟ ਦੇ ਰਹੇ ਨੇ। ਉਹ ਗੱਲਾਂ ਉਹ ਕਰਦੇ ਪਏ ਨੇ ਜਿਹੜੀਆਂ ਦਾ ਕੋਈ ਸਟੈਂਡ ਪਿੱਛੇ ਨਹੀਂ ਹੈਗਾ। ਹੁਣ ਉਹ ਕਹਿਣ ਕਿ ਸਾਡਾ ਸਹਿਯੋਗ ਦਿਓ, ਜਾਂ ਤੇ ਉਹ ਕਹਿਣ ਜੀ ਇੰਡੀਆ ਨੇ ਸਹਿਯੋਗ ਦੇਣ ਤੋਂ ਇਨਕਾਰ ਕੀਤਾ ਸੀ, ਫਿਰ ਤੋਂ ਕਹਿਣ ਮੈਨੂੰ ਸਹਿਯੋਗ ਦਿਓ। ਇਹ ਲਾਈਨ ਜਿਹੜੀ ਉਹਨਾਂ ਦੀ ਕਿ ਸਹਿਯੋਗ ਦੇਣਾ ਪਊਗਾ, ਵੀ ਮਨਾ ਕਿਹਨੇ ਕੀਤਾ ਹੈ? ਤੁਸੀਂ ਕਦੋਂ ਹੀ ਮੰਗਿਆ ਵੀ ਸਾਨੂੰ ਆਹ ਚੀਜ਼ਾਂ ਦੇ ਦਿਓ, ਜਾਂ ਸਾਨੂੰ ਆਹ ਲੋਕ ਭੇਜੋ ਇਨਵੈਸਟੀਗੇਸ਼ਨ ਕਰਨ ਨੂੰ, ਜਾਂ ਸਾਡਾ ਮਰਡਰ ਕਰੈਕ ਕਰਾ ਦਿਓ ਆ ਕੇ ਤੁਸੀਂ, ਤੇ ਅਸੀਂ ਮਨਾ ਕੀਤਾ ਹੋਵੇ? ਮਤਲਬ ਇਹ ਸਾਰੀ ਦੀ ਸਾਰੀ ਜਿਹੜੀ ਵਿਪਤਾ ਹੈ, ਸਾਰੀ ਦੀ ਸਾਰੀ ਜਿਹੜੀ ਪ੍ਰੋਬਲਮ ਆ, ਉਹ ਸਿੱਖਾਂ ਦੇ ਗਲੇ ਪੈ ਗਈ। ਟਰੂਡੋ ਨੇ ਆਪਣੀ ਬਿਮਾਰੀ ਜਿਹੜੀ ਚੁੱਕ ਕੇ ਉਹ ਸਿੱਖਾਂ ਦੇ ਗਲ ਪਾ ਦਿੱਤੀ ਹੈ। ਇਸ ਤੋਂ ਜ਼ਿਆਦਾ ਇਹਦੇ 'ਚ ਹੋਰ ਕੁਛ ਨਹੀਂ। ਅੱਜ ਤੇ ਹੁਣ ਤੇ ਚਲੋ, ਪਰਸੋਂ ਤਾਂ ਉਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਸੀ, ਹੁਣ ਤੇ ਉਹ ਬਾਹਰ ਬੋਲ ਰਹੇ ਸੀ। ਭਰੋਸੇ ਸੂਤਰ ਜਿਹੜੇ ਦੱਸ ਦੇਣ ਕੀ ਨੇ। ਜਦੋਂ ਦੇਖੋ ਉਹ ਕਹਿ ਰਹੇ ਨੇ ਕਿ ਮੈਨੂੰ ਸ਼ੱਕ ਆ, ਸ਼ੱਕ ਦਾ ਆਧਾਰ ਕੀ ਆ ਕਿ ਮਰਡਰ ਹੋਇਆ ਹੈ, ਤੇ ਮਰਡਰ ਕਰਨ ਵਾਲਾ ਜਾਂ ਕਰਾਉਣ ਵਾਲਾ ਇੰਡੀਆ ਦਾ ਜਾਂ ਇੰਡੀਆ ਨੇ ਕਰਾਇਆ, ਇਹੀ ਕਹਿਣਾ ਉਹਨਾਂ ਦਾ। ਤੇ ਫਿਰ ਜਿਹਨੇ ਕੀਤਾ ਉਹਦਾ ਨਾਮ ਦੱਸ ਦੇਣ, ਜਿੰਨੇ ਕਰਵਾਏ ਉਹਦਾ ਨਾਮ ਦੱਸ ਦੇਣ। ਇਹ ਤੇ ਕੋਈ ਗੱਲ ਨਹੀਂ। ਉਹ ਸੀਰੀਅਸ ਨੇ। ਤੇ ਕਿਆ ਇੰਡੀਆ ਆਪਣੇ ਮਕਸਦ ਸੀਰੀਅਸ ਨਾ ਹੋਵੇ ਆਪਣੇ ਲੋਕਾਂ ਲਈ? ਮੈਂ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਤੋਂ ਜ਼ਰੂਰ ਪੁੱਛਣਾ ਚਾਹੁੰਦਾ ਹੈ, ਜਦੋਂ ਦੇਸ਼ ਦੇ ਅੰਦਰ, ਭਾਰਤ ਦੇਸ਼ ਦੇ ਅੰਦਰ ਸਿੱਧੂ ਮੂਸੇਵਾਲਾ ਨੂੰ ਦਾ ਕਤਲ ਹੋਇਆ, ਉਹਦੀ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਦੇ ਵਸਨੀਕ ਗੋਲਡੀ ਬਰਾੜ ਨੇ ਟੀਵੀਆਂ ਤੇ ਆ ਕੇ ਲਈ, ਇੰਟਰਵਿਊਆਂ ਦਿੱਤੀਆਂ। ਕਿੰਨਾ ਕੁ ਸੀਰੀਅਸ ਹੈ? ਕਿਹੜੇ ਲਾਅ ਦੀ ਗੱਲ ਕਰ ਰਿਹਾ ਕੈਨੇਡਾ? ਕੈਨੇਡਾ ਕਿਹੜੇ ਲਾਅ ਨੂੰ ਮੰਨਦਾ? ਕਤਲ ਕਰਨ ਵਾਲੇ ਲੋਕ ਤੁਹਾਡੇ ਮੁਲਕ ਦੇ ਅੰਦਰ ਸ਼ਰੇਆਮ ਘੁੰਮ ਰਹੇ ਨੇ, ਤੁਸੀਂ ਕਹਿ ਰਹੇ ਮੈਂ ਲਾਅ ਨੂੰ ਮੰਨਦਾ? ਕਿਹਦਾ ਲਾਅ ਆ ਤੁਹਾਡਾ? ਕਿਹਦਾ ਕਾਨੂੰਨ ਆ ਤੁਹਾਡਾ? ਸ਼ਰੇਆਮ ਆਤੰਕਵਾਦੀ ਉੱਥੋਂ ਬਹਿ ਕੇ ਐਕਸਟੋਰਸ਼ਨ ਕਰਦੇ ਪਏ ਨੇ, ਪੰਜਾਬ ਨੂੰ ਬਰਬਾਦ ਕਰਦੇ ਪਏ ਨੇ, ਡਰੱਗਸ ਭਿਜਵਾ ਰਹੇ ਨੇ। ਪਾਕਿਸਤਾਨ ਦੇ ਤੋਂ ਮਾਧਿਅਮ ਤੋਂ ਜਿਹੜੀ ਇਨਫਿਲਟ੍ਰੇਸ਼ਨ ਹੋ ਰਹੀ ਹੈ, ਜਿਹੜੇ ਗੈਂਗਸਟਰ ਅਸਲਾ ਲਿਆ ਕੇ ਦੇ ਰਹੇ ਨੇ, ਉਹ ਤੁਹਾਡੇ ਉੱਤੇ ਬੈਠੇ ਨੇ। ਔਰ ਤੁਸੀਂ ਕਹਿ ਰਹੇ ਜੀ ਸਾਡੇ ਇੱਥੇ ਕਾਨੂੰਨ ਬੜਾ ਸਖਤ ਆ, ਅਸੀਂ ਕਾਨੂੰਨ ਨੂੰ ਮੰਨਦੇ। ਕਿਹੜਾ ਕਾਨੂੰਨ? ਤੁਸੀਂ ਦੱਸੋ ਗੁਰਜੋਤ ਜੀ, ਤੁਸੀਂ ਵੀ ਇਸ ਭਾਰਤ ਦੇ ਅੰਦਰ ਬਹੁਤ ਸਮੇਂ ਤੋਂ ਮੀਡੀਆ ਵੀ ਦੇਖ ਰਹੇ ਜੀ, ਕਿ ਐਸਾ ਸੰਭਵ ਹੋ ਸਕਦਾ ਹੈ ਕਿ ਕੋਈ ਕੈਨੇਡੀਅਨ ਸਿਟੀਜ਼ਨ ਦਾ ਕਤਲ ਹੋ ਜਾਏ ਔਰ ਆਦਮੀ ਇੰਡੀਆ 'ਚ ਲਾਲ ਕਿਤੇ ਇੰਡੀਆ ਰੈੱਡ ਫੋਰਟ ਤੇ ਜਾਂ ਇੰਡੀਆ ਗੇਟ 'ਚ ਘੁੰਮ ਕੇ ਵੀਡੀਓ ਪਾ ਰਿਹਾ ਹੋਵੇ, ਕਹਿ ਰਹੇ ਹੋ ਮੈਂ ਕਤਲ ਕਰਤਾ ਜੀ, ਬਿਲਕੁਲ ਮਾਰਾਂਗੇ, ਹੋਰਾਂ ਨੂੰ ਵੀ ਮਾਰਾਂਗੇ? ਕੋਈ ਘੁੰਮ ਸਕਦਾ ਇਸ ਤਰ੍ਹਾਂ ਇੰਡੀਆ 'ਚ? ਮੈਂ ਤਾਂ ਨਹੀਂ ਸਮਝਦਾ ਇਸ ਤਰ੍ਹਾਂ ਕੋਈ ਸੰਭਵ ਹੋ ਸਕਦਾ। ਠੀਕ ਹੈ, ਸਿਰਸਾ ਸਾਹਿਬ ਬਣੇ ਰਹੋ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਕਹਿ ਸਕਦੇ ਅਦਾਰੇ, ਸੰਸਥਾਵਾਂ ਜਿਨ੍ਹਾਂ ਨੇ ਪ੍ਰੋੜਤਾ ਵੀ ਕੀਤੀ ਹੈ ਇਸ ਬਿਆਨ ਦੀ, ਔਰ ਉਸ ਨੂੰ ਲੈ ਕੇ ਵੀ ਲਗਾਤਾਰ ਕੰਟਰੋਵਰਸੀ ਜਿਹੜੀ ਕਹਿ ਸਕਦੇ ਸਾਹਮਣੇ ਆ ਰਹੀ ਹੈ। ਗੁਰਚਰਨ ਗਰੇਵਾਲ ਸਾਡੇ ਨਾਲ ਜੁੜ ਚੁੱਕੇ ਨੇ, SGPC ਤੋਂ ਨੇ। ਗਰੇਵਾਲ ਸਾਹਿਬ, ਕੀ ਕਹਿਣਾ ਚਾਹੋਗੇ? ਕਿਸ ਤਰੀਕੇ ਦੇ ਨਾਲ ਬਿਆਨ ਨੂੰ ਵੇਖਿਆ ਜਾਵੇ? ਟਰੂਡੋ ਨੇ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸੇ ਬਿਹਾਫ ਤੇ ਬਿਆਨ ਦੇ ਰਹੇ ਨੇ, ਇਲਜ਼ਾਮ ਗੰਭੀਰ ਨੇ, ਭਾਰਤ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਪਰ ਸਿਰਸਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਸਾਬਕਾ DSGMC ਦੇ ਪ੍ਰਧਾਨ ਵੀ ਨੇ। ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਇਹ ਸਿਆਸਤ ਤੋਂ ਪ੍ਰੇਰਿਤ ਬਿਆਨ ਹੈ।
ਦੇਖੋ ਜੀ, ਸਰਸਾ ਸਾਹਿਬ ਬੀਜੇਪੀ ਦੇ ਨੁਮਾਇੰਦੇ ਨੇ, ਇਹ ਉਹੀ ਬੋਲੀ ਬੋਲਣਗੇ ਜੋ ਬੀਜੇਪੀ ਦਾ ਅੱਜ ਦਾ ਮੈਨੀਫੈਸਟੋ ਹੈ। ਤੇ ਮੈਂ ਸਰਸਾ ਸਾਹਿਬ ਤੋਂ ਬੜੇ ਚੰਗੇ ਮਾਹੌਲ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਦੀ ਇਸ ਮਸਲੇ ਨੂੰ ਗੰਭੀਰਤਾ ਨਾਲ ਲਓ। ਟਰੂਡੋ ਦਾ ਬਿਆਨ ਜਿਹੜਾ ਵਾ, ਉਹ ਬਿਆਨ ਦਾ ਅਰਥ ਸਹੀ ਕੱਢੋ। ਅੱਜ ਅਸੀਂ ਇਹਨੂੰ ਖਾਲਿਸਤਾਨ ਦਾ ਨਾਮ ਦੇ ਕੇ, ਮੈਂ ਕਦੇ ਨਹੀਂ ਇਹ ਗੱਲ ਕਹਿੰਦਾ ਕਿ ਕੋਈ ਵੀ ਜਿਹੜਾ ਕੈਨੇਡਾ 'ਚ ਬੈਠਾ ਉਹ ਸਾਡੇ ਦੇਸ਼ ਦਾ ਦੋਸ਼ੀ ਆ, ਉਹ 'ਚ ਨਾਮ ਹੈ, ਉਹਨੂੰ ਅਸੀਂ ਕੋਰਟ ਰਾਹੀਂ ਫੜੋ, ਨੋ ਪ੍ਰੋਬਲਮ, ਕਾਰਵਾਈ ਕਰੋ। ਮੈਂ ਇਸ ਗੱਲ ਦੇ ਖਿਲਾਫ ਨਹੀਂ ਹੈਗਾ, ਪਰ ਜੋ ਕਾਰਵਾਈ ਅੱਜ ਦਿਖਾਈ ਦੇ ਰਹੀ ਆ ਉਹਦੇ ਨਾਲ ਜਿਹੜੇ ਸਿੱਖ ਸੈਂਟੀਮੈਂਟ ਆ ਵੱਡੀ ਪੱਧਰ ਤੇ ਹਰਟ ਹੋਏ। ਪਿਛਲੇ ਸਮੇਂ ਦੇ ਵਿੱਚ ਇਹ ਗੱਲ ਜੁੜਦੀ ਹੈ ਜਦੋਂ ਕਿਸਾਨ ਮੋਰਚਾ ਲਾਇਆ ਸੀ। ਕਿਸਾਨ ਮੋਰਚੇ ਤੋਂ ਬਾਅਦ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ, ਜਿਹੜੇ ਦੁਨੀਆ ਦੇ ਅੰਦਰ ਆਪਣੀ ਇੱਕ ਧਾਕ ਜਮਾਉਣ ਜਾ ਰਹੇ ਆ, ਦੇਸ਼ ਤਰੱਕੀ ਕਰ ਰਿਹਾ, ਅਸੀਂ ਚਾਹੁੰਦੇ ਹਾਂ ਕਿ ਦੇਸ਼ ਤਰੱਕੀ ਕਰੇ, ਉਹਦਾ ਨਾਗਰਿਕ ਆ, ਸਾਨੂੰ ਇਸ ਨਿਗਾਹ ਨਾਲ ਨਾ ਦੇਖਿਆ ਜਾਵੇ ਕਿ ਜੇ ਕੋਈ ਸਿੱਖ ਇਸ ਮੁੱਦੇ ਤੇ ਗੱਲ ਕਰ ਰਿਹਾ ਤੇ ਉਹ ਵੱਖਵਾਦੀ ਹੈ ਜਾਂ ਵਿਰੋਧੀ ਹੈ। ਉਹ ਸਰਸਾ ਸਾਹਿਬ ਕਿਉਂਕਿ ਸਿੱਖ ਸਾਈਕੀ ਨੂੰ ਜਾਣਦੇ ਆ, ਇਹ ਇਸ ਗੱਲ ਤੇ ਧਿਆਨ ਦੇਣ ਦੀ ਬਜਾਏ ਇਸ ਮਸਲੇ ਨੂੰ ਸੁਧਾਰਨ ਕਿ ਇਹ ਕਿਉਂ ਵਾਪਰਿਆ। ਅਸੀਂ ਇਹ ਦੇਸ਼ ਦੀ ਗੱਲ ਕਰੀਏ, ਅੱਜ ਇੱਥੇ ਹਿੰਦੁਸਤਾਨ ਦੇ ਅੰਦਰ ਖਾਲਿਸਤਾਨ ਦੀ ਗੱਲ ਕੀਤੀ ਜਾ ਰਹੀ ਆ। ਉਹ ਖਾਲਿਸਤਾਨ ਦੀ ਗੱਲ ਕਰਨ ਵਾਲਾ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਵਿੱਚ ਬੈਠਾ, ਬਰਾਬਰ ਤੇ ਬੈਠਾ ਮੋਦੀ ਸਾਹਿਬ ਦੇ ਨਾਲ ਉਸ ਤੇ। ਸੋ ਇਹ ਤਾਂ ਜਿਹੜੀਆਂ ਵੱਖਵਾਦੀਆਂ ਨੇ। ਪਰ ਗਰੇਵਾਲ ਸਾਹਿਬ ਦੇਖੋ, ਜਦੋਂ ਭਾਰਤ ਨੇ ਕਿਹਾ ਹੋਵੇ ਕਿ ਕੈਨੇਡਾ ਪਨਾਹ ਦਿੰਦਾ ਹੈ, ਖਾਲਿਸਤਾਨੀ ਵੱਖਵਾਦੀਆਂ ਨੂੰ ਪਨਾਹ ਦਿੰਦਾ ਹੈ, ਔਰ ਫਿਰ ਡਿਫਰ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਜਿਹੜੇ ਉੱਥੇ ਆਮ ਸਿੱਖ ਨੇ ਅਜਿਹੀ ਸੋਚ ਰੱਖਦੇ? ਦੇਖੋ, ਦੁਨੀਆ ਦੇ ਅੰਦਰ ਆਪੋ ਆਪਣੇ ਕਾਨੂੰਨ ਨੇ। ਅੱਜ ਦਲਾਈ ਲਾਮਾ ਜਿਹੜਾ ਚੀਨ ਦਾ ਇੱਕ ਉਹਨਾਂ ਦਾ ਵਿਰੋਧੀ ਆ, ਉਹ ਅੱਜ ਅਸੀਂ ਉਹਨੂੰ ਪਨਾਹ ਦਿੱਤੀ ਆ। ਅਸੀਂ ਦਲਾਈ ਲਾਮਾ ਸਾਹਿਬ ਨੂੰ ਹਿੰਦੁਸਤਾਨ ਸਿਕਿਉਰਿਟੀ ਪ੍ਰੋਵਾਈਡ ਕਰਦਾ ਤਾਂ ਕਿ ਉਸ ਨੂੰ ਕੋਈ ਗੱਲ ਨਾ ਹੋ ਜੇ। ਮੇਰੀ ਫਿਰ ਇਹ ਗੱਲ ਨੂੰ ਇਸ ਗੱਲ ਨਾਲ ਨਾ ਮੰਨਿਆ ਜਾਵੇ ਕਿ ਮੈਂ ਕਿਸੇ ਵੱਖਵਾਦ ਦੀ ਸਪੋਰਟ ਕਰਦਾ, ਉਹ ਵੀ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਜਿਹੜਾ ਮੁੱਦਾ ਵਾ ਆਖਰਕਾਰ ਉੱਠਿਆ ਕਿਉਂ, ਇਹ ਗੱਲ ਕਾਰਨ ਕਿਉਂ ਬਣੀ, ਸਿੱਖ ਸਾਡੇ ਨਾਲ ਕਿਉਂ ਹੋਏ। ਅਸੀਂ ਇਸ ਮਾਮਲੇ ਦੇ ਵਿੱਚ ਮੈਂ ਕਹਿ ਰਿਹਾ ਕਿ ਇਹ ਤੁਸੀਂ ਮੈਨੂੰ ਦੱਸੋ ਜੀ, ਤੁਸੀਂ ਇਸ ਪੰਜਾਬ ਦੇ ਚੈਨਲ ਨਾਲ ਸੰਬੰਧਿਤ ਹੋ, ਕਿ ਸਰਸਾ ਸਾਹਿਬ ਵੀ ਪੰਜਾਬ ਦਾ ਨੇੜਤਾ ਨੇ, ਦੱਸੋ ਕਿਹੜਾ ਖਾਲਿਸਤਾਨ ਆ ਇਸ ਪੰਜਾਬ ਦੇ ਅੰਦਰ? ਅੱਜ ਤੋਂ ਵੱਧ ਮਾਓਵਾਦੀਆਂ ਦਾ ਰੌਲਾ ਚੱਲ ਰਿਹਾ, ਸਾਡੇ ਸਿਕਿਉਰਿਟੀ ਵਾਲੇ ਬੰਦੇ ਮਰ ਰਹੇ ਨੇ, ਫੌਜ ਮਰ ਰਹੀ ਆ, CRP ਮਰ ਰਹੀ ਆ, ਉੱਥੇ ਗੋਲੀਆਂ ਚੱਲ ਰਹੀਆਂ ਨੇ, ਉੱਥੇ ਕਬਜ਼ੇ ਕੀਤੇ ਜਾ ਰਹੇ ਨੇ। ਉਸ ਗੱਲ ਨੂੰ ਲੈ ਕੇ ਤੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਤੁਸੀਂ ਫੇਰ ਖਰਾਬ ਕਰਨਾ ਚਾਹੁੰਦੇ ਹੋ। ਬਾਰਡਰ ਸਟੇਟ ਆ, ਇਸ ਗੱਲ ਨੂੰ ਸਮਝਣਾ ਚਾਹੀਦਾ। ਇਸ ਗੱਲ ਦਾ ਉਲਟਾ ਅਰਥ ਕਰਨ ਦੀ ਬਜਾਏ, ਪਛਾਣ ਦੇ ਬਿਆਨ ਦੀ ਬਜਾਏ, ਸਿੱਖ ਆਗੂਆਂ ਨੂੰ ਜਿਹੜੇ BJP ਵਿੱਚ ਬੈਠੇ ਆ, ਸਿੱਖਾਂ ਦੇ ਨਾਲ ਜਿਹੜਾ ਕਲੈਸ਼ ਸ਼ੁਰੂ ਹੋ ਗਿਆ ਕਿ ਨਾ ਮੌਜੂਦਾ ਸਰਕਾਰ ਦਾ, ਇਸ ਨੂੰ ਠੰਡਾ ਕਰਨਾ ਚਾਹੀਦਾ। ਠੀਕ ਹੈ ਸਰਸਾ ਸਾਹਿਬ, ਬਹੁਤ ਸਾਰੇ, ਹਾਂਜੀ ਠੀਕ ਹੈ ਗਰੇਵਾਲ ਸਾਹਿਬ, ਸਰਸਾ ਸਾਹਿਬ ਬਹੁਤ ਸਾਰੇ ਲੋਕ ਉੱਥੇ ਨੇ, ਜਿਹੜੀ ਲਗਾਤਾਰ ਸਿਚੁਏਸ਼ਨ ਬਣੀ ਹੋਈ ਹੈ, ਵੀਜ਼ਾਜ਼ ਉੱਥੋਂ ਦੇ ਰੋਕ ਦਿੱਤੇ ਗਏ ਨੇ, ਜੋ ਗੱਲ ਗਰੇਵਾਲ ਸਾਹਿਬ ਕਹਿ ਰਹੇ ਨੇ ਉਸ ਤੋਂ ਕੀ ਸਮਝਿਆ ਜਾ ਸਕਦਾ? ਗਰੇਵਾਲ ਸਾਹਿਬ ਤੇ ਸਿੱਧਾ ਹੀ ਸਪੋਰਟ ਕਰ ਰਹੇ ਨੇ। ਮੈਂ ਤੇ ਗਰੇਵਾਲ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹੈ। ਗਰੇਵਾਲ ਜੀ ਨੇ ਦਲਾਈ ਲਾਮਾ ਜੀ ਦਾ ਦਿੱਤਾ। ਪਹਿਲੀ ਗੱਲ, ਸਿਰਸਾ ਸਾਹਿਬ BJP 'ਚ ਬੈਠੇ ਨੇ, ਭਾਈ ਤੁਸੀਂ ਅਕਾਲੀ ਦਲ 'ਚ ਬੈਠੇ ਜੇ, ਤੁਸੀਂ ਉਹ ਭਾਸ਼ਾ ਬੋਲ ਰਹੇ ਜੋ ਅਕਾਲੀ ਦਲ ਤੁਹਾਨੂੰ ਬੋਲਣ ਨੂੰ ਕਹਿ ਰਹੀ ਆ। ਇਹੀ ਕਿਸਾਨਾਂ ਦੇ ਖਿਲਾਫ ਤੁਸੀਂ ਬਿਆਨ ਦਿੰਦੇ ਸੀਗੇ। ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਦਿੰਦੇ ਸੀ, ਹਰਸਿਮਰਤ ਕੌਰ ਬਾਦਲ ਕਹਿੰਦੀ ਸੀ ਇਹ ਕਿਸਾਨਾਂ ਦੇ ਬਿੱਲ ਬਹੁਤ ਚੰਗੇ ਨੇ, ਉਦੋਂ ਠੀਕ ਸੀਗੇ। ਮੈਂ ਤੇ ਉਦੋਂ ਵੀ ਨਹੀਂ ਅੱਖ 'ਚ ਬੋਲਿਆ ਸੀ, ਇੱਕ ਬਿਆਨ ਨਹੀਂ ਮੈਂ ਦਿੱਤਾ ਸੀ। ਮੈਂ ਤੇ ਆਪਣੀ ਹਮੇਸ਼ਾ ਹੀ ਆਪਣੇ ਬਿਆਨ ਤੇ ਕਾਇਮ ਆ। ਜਿਹੜੀ ਗੱਲ ਮੈਂ ਪਾਰਟੀ 'ਚੋਂ ਆ, ਮੈਂ ਉਸ ਵੇਲੇ ਵੀ ਅਕਾਲੀ ਦਲ 'ਚ ਰਹਿ ਕੇ ਵੀ ਇੱਕ ਲਾਈਨ ਨਹੀਂ ਬੋਲੀ ਸੀ ਇਸ ਕਿਸਾਨੀ ਬਿੱਲਾਂ ਦੇ ਹੱਕ 'ਚ। ਅੱਜ ਵੀ ਕਹਿੰਦਾ ਮੈਂ ਇੱਕ ਲਾਈਨ ਨਹੀਂ ਬੋਲੀ ਸੀ, ਸਾਰੀ ਪਾਰਟੀ ਬੋਲ ਰਹੀ ਸੀ, ਮੈਂ ਨਹੀਂ ਬੋਲ ਰਿਹਾ ਸੀ, ਕਿਉਂਕਿ ਮੈਂ ਆਪਣੇ ਤਰੀਕੇ ਨਾਲ ਕੰਮ ਕਰਦਾ। ਮੈਂ ਨਹੀਂ ਬੋਲਦਾ ਉਸ ਹੱਕ ਗੱਲ ਅੰਦਰ ਜਿਹੜੀ ਗੱਲ ਝੂਠੀ ਹੋਵੇ। ਅੱਜ ਵੀ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਗਰੇਵਾਲ ਸਾਹਿਬ ਨੂੰ, ਇਹਨਾਂ ਨੇ ਦਲਾਈ ਲਾਮਾ ਜੀ ਦੀ ਦਿੱਤੀ ਆ ਮਿਸਾਲ। ਦਲਾਈ ਲਾਮਾ ਜੀ ਕਿਸੇ ਦਾ ਕਤਲ ਕਰਕੇ ਨਹੀਂ ਇੰਡੀਆ 'ਚ ਭੱਜੇ ਹੋਏ। ਥੋੜੀ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ, ਮੈਂ ਗੋਲਡੀ ਬਰਾੜ ਦੀ ਗੱਲ ਕੀਤੀ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ, ਕਿਆ ਤੁਸੀਂ ਉਸ ਕੈਨੇਡਾ ਦੀ ਹੁਣ ਸਪੋਰਟ ਕਰਨਾ ਚਾਹੁੰਦੇ ਜੇ? ਸਾਡੇ ਕੈਨੇਡਾ 'ਚ ਸਿੱਖ ਨੇ, ਸਾਨੂੰ ਉਹਦੀ ਚਿੰਤਾ ਹੈ। ਸਟੂਡੈਂਟ ਅਸੀਂ ਤੇ ਕਹਿ ਰਹੇ ਹਾਂ ਕਿ ਸਭ ਤੋਂ ਵੱਡਾ ਸਿੱਖਾਂ ਦਾ ਲਾਸ ਹੋ ਰਿਹਾ, ਪਰ ਇਹਦੇ ਵਾਸਤੇ ਤੁਸੀਂ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਜੇ, ਬਜਾਏ ਇਹਦੇ ਕਿ ਭਾਰਤ 'ਚ ਬੈਠ ਕੇ ਤੁਸੀਂ ਆਪਣੇ ਮੁਲਕ ਨੂੰ ਜ਼ਿੰਮੇਵਾਰ ਠਹਿਰਾ ਰਹੇ ਜੇ। ਤੁਸੀਂ ਇਹ ਨਹੀਂ ਪੁੱਛ ਰਹੇ ਟਰੂਡੋ ਨੂੰ ਵੀ ਟਰੂਡੋ ਸਾਹਿਬ ਨੇ ਬਿਆਨ ਦੇਣ ਤੋਂ ਪਹਿਲਾਂ ਕਿਉਂ ਨਹੀਂ ਸੋਚਿਆ, ਸਾਨੂੰ ਸਬੂਤ ਦਿੰਦੇ, ਅਸੀਂ ਆਪਣੇ ਮੁਲਕ ਨੂੰ ਪੁੱਛਦੇ। ਪਰ ਤੁਸੀਂ ਸਾਡੇ ਗੋਲਡੀ ਬਰਾੜ ਜਿਹੜੇ ਉੱਥੇ ਕਤਲ ਕਰਨ ਵਾਲੇ ਲੋਕ ਨੇ, ਇੰਨਾ ਵੱਡੇ ਸਾਡੇ ਦੁਨੀਆ ਦੇ ਸ਼ਾਈਨਿੰਗ ਸਟਾਰ ਦਾ ਕਤਲ ਕਰ ਦਿੱਤਾ। ਸ਼ਾਈਨਿੰਗ ਸਟਾਰ ਸਿੱਧੂ ਮੂਸੇਵਾਲੇ ਦਾ ਸ਼ਾਈਨਿੰਗ ਸਟਾਰ ਦਾ ਕਤਲ ਕਰਕੇ
ਤੇ ਗੋਲਡੀ ਬਰਾੜ ਕੈਨੇਡਾ 'ਚ ਬੈਠਾ ਹੈ। ਲੋ ਇਹਨੂੰ ਪੁੱਛੋ ਗਰੇਵਾਲ ਸਾਹਿਬ ਨੂੰ ਕੋਈ ਇੱਕ ਲਾਈਨ ਬੋਲ ਦੇਣਾ ਇਸ ਮਸਲੇ ਬੋਲਣ ਕਿ ਟਰੂਡੋ ਗਲਤ ਬੰਦਾ ਹੈ, ਕਾਤਲਾਂ ਨੂੰ ਰੱਖ ਕੇ ਉੱਥੇ ਬੈਠਾ ਸੀ, ਕਾਤਲ ਖਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ। ਬੋਲਣ ਨਹੀਂ ਬੋਲਣਗੇ ਕਿਉਂਕਿ ਇਹਨਾਂ ਦਾ ਪਰਪਸ ਤੇ ਦੁਸ਼ਮਣੀ ਤੇ ਬੀਜੇਪੀ ਨਾਲ ਆ, ਭਾਰਤ ਨਾਲ ਦੁਸ਼ਮਣੀ ਕੱਢਦੇ ਪਏ। ਲੜਾਈ ਇਹਨਾਂ ਦੀ ਬੀਜੇਪੀ ਨਾਲ ਪੋਲੀਟੀਕਲ ਲੜਾਈ, ਤੁਸੀਂ ਲੜੋ, ਅਧਿਕਾਰ ਆ ਸਭ ਨੂੰ ਪੋਲੀਟੀਕਲ ਆਪਣੀ ਆਈਡੀਓਲੋਜੀ ਰੱਖ ਖਿਲਾਫ ਆ। ਮੇਰੀ ਆਈਡੀਓਲੋਜੀ ਬੀਜੇਪੀ ਨਾਲ ਰਲ ਸਕਦੀ ਆ, ਤੁਹਾਡੀ ਨਹੀਂ ਰਲ ਸਕਦੀ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਮੁਲਕ ਦੇ ਖਿਲਾਫ ਦੁਸ਼ਮਣ ਹੋ ਜਾਈਏ। ਮੇਰੀ ਆਈਡੀਓਲੋਜੀ, ਮੈਂ ਪੋਲੀਟੀਕਲ ਮੇਰੀ ਡਿਫਰੈਂਸਿਸ ਹੋ ਸਕਦੇ ਨੇ, ਮੇਰੇ ਅਕਾਲੀ ਦਲ ਨਾਲ ਪੋਲੀਟੀਕਲ ਡਿਫਰੈਂਸਿਸ ਨੇ, ਪਰ ਮੇਰੇ ਉਹਦਾ ਮਤਲਬ ਇਹ ਨਹੀਂ ਕਿ ਮੇਰੇ ਨਿੱਜੀ ਸੁਖੀ ਨਾਲ ਡਿਫਰੈਂਸਿਸ ਹੋ ਜਾਣਗੇ, ਭਾਰਤ ਨਾਲ ਡਿਫਰੈਂਸਿਸ ਹੋ ਜਾਣਗੇ, ਪੰਜਾਬ ਨਾਲ ਡਿਫਰੈਂਸ। ਇਹ ਤਾਂ ਗਲਤ ਗੱਲ ਆ ਨਾ। ਤੁਹਾਡੇ ਡਿਫਰੈਂਸਿਸ ਹੋ ਸਕਦੇ ਨੇ ਪਾਰਟੀ ਦੇ ਨਾਲ ਆਈਡੀਓਲੋਜੀਕਲੀ ਗਲਤ ਔਰ ਠੀਕ ਹੋ ਸਕਦਾ ਇੱਕ ਦੂਜੇ ਪ੍ਰਤੀ। ਮੇਰੀ ਗਰੇਵਾਲ ਸਾਹਿਬ ਨੂੰ ਬੇਨਤੀ ਆ, ਗਰੇਵਾਲ ਸਾਹਿਬ ਆਪਾਂ ਐਸੇ ਕੰਮ ਨਾ ਕਰੀਏ ਜਿੱਥੇ ਆਪਣੇ ਮੁਲਕ ਨੂੰ ਹੀ ਦੇ ਖਿਲਾਫ ਆਪਾਂ ਬੋਲਣਾ ਸ਼ੁਰੂ ਕਰ ਦਿੰਦੇ ਆ। ਤੁਸੀਂ ਸੋਚੋ ਪੂਰੇ ਦੇਸ਼ ਦੇ ਅੰਦਰ ਸਿੱਖ ਵਰਚਦੇ ਨੇ, ਖਾਲੀ ਪੰਜਾਬ 'ਚ ਨਹੀਂ ਵੱਸਦੇ ਹੈਗੇ। ਸੋ ਮੇਰੀ ਆਪ ਜੀ ਨੂੰ ਬੇਨਤੀ ਆ, ਤੁਸੀਂ ਵੀ ਉਹ ਗੱਲ ਕਰੋ ਜਿਹੜੀ ਸਹੀ ਹੋਵੇ। ਉਹ ਖੁਦ ਨਹੀਂ ਕਹਿ ਰਿਹਾ, ਟਰੂਡੋ ਕਹਿ ਰਿਹਾ ਮੈਨੂੰ ਸ਼ੱਕ ਆ, ਕੱਲ ਕਹਿ ਰਹੇ ਇਹਨਾਂ ਨੇ ਅੱਗੇ ਏਜੰਸੀਆਂ ਪਹੁੰਚਾਤੀਆਂ, ਮਰਵਾ ਵੀ ਦਿੱਤਾ। ਉਹ ਖੁਦ ਸ਼ੱਕ ਕਹਿ ਰਿਹਾ, ਅਜੇ ਤੱਕ ਇਹ ਸਬੂਤ ਲੈ ਕੇ ਵੀ ਪਹੁੰਚ ਗਏ ਨੇ, ਦੱਸੋ ਜੀ ਅਸੀਂ ਤੇ ਦੱਸਤਾ ਜੀ, ਪਰ ਭਾਰਤ ਨੂੰ ਨਹੀਂ ਕਰਨਾ ਚਾਹੀਦਾ, ਏਜੰਸੀਆਂ ਨੇ ਗਲਤ ਕਰਤਾ। ਇਹ ਤਾਂ ਗਲਤ ਗੱਲ ਆ, ਤੁਸੀਂ ਆਪਣੇ ਮੁਲਕ ਦੇ ਖਿਲਾਫ ਐਸੀ ਗੱਲ ਕਰ ਰਹੇ ਹੋ। ਠੀਕ ਹੈ, ਹਾਂਜੀ ਗਰੇਵਾਲ ਸਾਹਿਬ। ਦੇਖੋ ਗੱਲ ਇਹ ਆ, ਮੈਂ ਸਰਸਾ ਜੀ ਮੇਰੇ ਮਿੱਤਰ ਵੀ ਨੇ, ਜੇ ਅੱਜ ਸਾਡੇ ਨਾਲੋਂ ਵੱਖ ਹੋ ਗਏ ਨੇ ਤੇ ਇਹਦਾ ਮਤਲਬ ਨਹੀਂ ਕਿ ਸਾਡਾ ਇਹਨਾਂ ਨਾਲ ਕੋਈ ਭਾਈਚਾਰਾ ਖਤਮ ਹੋ ਗਿਆ। ਮੈਂ ਗੱਲ ਕਲੀਅਰ ਕਰਦਾ ਸਰਸਾ ਜੀ, ਮੈਂ ਭਾਵੇਂ ਅਕਾਲੀ ਦਲ ਤੋਂ ਹਟ ਕੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਬੋਲ ਰਿਹਾ ਕਿ ਜਿਹੜੇ ਲੋਕ ਅੰਬੈਸੀ ਦੇ ਝੰਡੇ ਪਾੜਦੇ ਆ, ਮੈਂ ਉਹਨਾਂ ਦੇ ਖਿਲਾਫ ਹਾਂ। ਜਿਹੜੇ ਲੋਕ ਉੱਥੇ ਸਾਡੇ ਕਿਸੇ ਸਫੀਰ ਨੂੰ ਕੁੱਟਦੇ ਆ, ਮੈਂ ਉਹਨਾਂ ਦੇ ਖਿਲਾਫ ਹਾਂ। ਮੈਂ ਖੁੱਲ੍ਹ ਕੇ ਬੋਲ ਰਿਹਾ। ਅੱਜ ਇਹ ਗੱਲ ਸੁਣ ਲਓ, ਤੁਸੀਂ ਕਹਿੰਦੇ ਹੋ ਬੋਲਦੇ ਨਹੀਂ, ਅਸੀਂ ਤੁਹਾਡੇ ਤੋਂ ਵੱਧ ਖੁੱਲ੍ਹ ਕੇ ਬੋਲਦੇ ਹਾਂ। ਜਿਹੜਾ ਉੱਥੇ ਪੰਨੂ ਸੋ-ਕਾਲਡ ਖਾਲਿਸਤਾਨੀ ਆ, ਉਹ ਬਕਾਇਦਾ ਸਿੱਖਾਂ ਦਾ ਨੁਕਸਾਨ ਕਰ ਰਿਹਾ ਮੇਰੇ ਮੁਤਾਬਕ। ਕੋਈ ਉਹਨੂੰ ਜਸਟੀਫਾਈ ਕਰੇ ਜਾਂ ਨਾ ਕਰੇ, ਗੱਲ ਕਲੀਅਰ ਆ। ਮੈਂ ਖਾਲਿਸਤਾਨੀ ਨਹੀਂ ਹੈਗਾ, ਖਾਲਿਸਤਾਨ ਦਾ ਸਮਰਥਕ ਨਹੀਂ ਹੈਗਾ, ਪਰ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦਾ ਮੈਂ ਮੁਖਾਲਫਤ ਵੀ ਨਹੀਂ ਹੈਗਾ। ਤੀਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਗੋਲਡੀ ਬਰਾੜ ਵਾਲੀ, ਗੋਲਡੀ ਬਰਾੜ ਇਕੱਲਾ ਛੱਡ ਕੇ ਤੁਸੀਂ ਉੱਥੇ 50 ਬੰਦੇ, ਜਿੰਨੇ ਬੰਦੇ ਉੱਥੇ ਹੈਗੇ ਨੇ, ਅਸੀਂ ਉਹਨਾਂ ਦੇ ਡਟ ਕੇ ਖਿਲਾਫ ਹਾਂ। ਕੈਨੇਡਾ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੇ। ਬਿਲਕੁਲ ਇਸ ਗੱਲ ਦਾ ਭੁਲੇਖਾ ਤੁਹਾਡੇ ਮਨ 'ਚ ਨਾ ਰਵੇ। ਅਸੀਂ ਕੈਨੇਡਾ ਦੇ ਹਮਾਇਤੀ ਨਹੀਂ ਹੈਗੇ, ਪਰ ਇੱਕ ਸਿੱਖ ਦਾ ਕਤਲ ਹੋਣ ਤੋਂ ਬਾਅਦ ਸਿੱਖਾਂ ਦੀਆਂ ਭਾਵਨਾਵਾਂ ਸਾਡੇ ਦੇਸ਼ ਦੇ ਖਿਲਾਫ ਨੇ। ਮੇਰੀ ਗੱਲ ਸੁਣੋ, ਮੈਂ ਇਸ ਗੱਲ ਲਈ ਫਿਕਰਮੰਦ ਹਾਂ ਕਿ ਦੁਨੀਆ ਦੇ ਜਿਹੜੇ ਜਿੰਨੇ ਵੱਡੇ ਚੈਨਲ ਆ ਜਾਂ ਮੀਡੀਆ ਵਾ, ਉਸ ਮੀਡੀਆ ਨੇ ਸਾਡੇ ਸਿਰਫ ਗੋਦੀ ਮੀਡੀਆ ਨੂੰ ਛੱਡ ਕੇ ਉੱਥੋਂ ਦੇ ਮੀਡੀਆ ਨੇ ਕਿਹਾ ਕਿ ਇੱਕ ਸਿੱਖ ਦਾ ਕਤਲ ਹੋਇਆ, ਜਿਹਦੇ 'ਚ ਕੈਨੇਡਾ ਦਾ ਪ੍ਰਧਾਨ ਮੰਤਰੀ ਕਹਿੰਦਾ ਸ਼ੱਕ ਪਾਈ ਜਾ ਰਹੀ ਹੈ ਕਿ ਇੰਡੀਆ ਉਹਦੇ 'ਚ ਏਜੰਸੀ ਸ਼ਾਮਲ ਹੈ। ਸਵਾਲ ਤਾਂ ਇੱਥੇ ਖੜਾ ਨਾ ਗਰੇਵਾਲ ਸਾਹਿਬ, ਜੋ ਹਾਂਜੀ ਮੈਂ ਉਹੀ ਕਹਿ ਰਿਹਾ ਨਾ ਜੀ, ਮੈਂ ਉਹੀ ਕਹਿ ਰਿਹਾ ਕਿ ਅਸੀਂ ਤਾਂ ਚਾਹੁੰਦੇ ਆ ਵੀ ਉਹ ਸ਼ੱਕ ਜਿਹੜੀ ਕਹਿੰਦਾ ਵਾ ਉਹ ਇਹਦਾ ਸਬੂਤ ਦੇਵੇ। ਤੇ ਮੋਦੀ ਸਾਹਿਬ ਤੇ ਸਰਸਾ ਜੀ ਇਸ ਗੱਲ ਦੇ ਖਿਲਾਫ ਫਿਰ ਇਹ ਤੇ ਗੱਲ ਆਪਾਂ ਟਰੂਡੋ ਨੂੰ ਪੁੱਛਾਂਗੇ ਨਾ, ਇਹ ਤੇ ਗੱਲ ਆਪਾਂ ਟਰੂਡੋ ਨੂੰ ਪੁੱਛਾਂਗੇ। ਬਈ ਬੱਚਾ ਕੁੱਤੇ ਰਿਹਾ ਤੇ ਮੈਂ ਤਾਂ ਕਹਿ ਰਿਹਾ ਕਾਨੂੰ ਕੁੱਤਾ ਲੈ ਗਿਆ ਭੱਜਣ ਲੱਗਾ, ਇਹ ਤੇ ਗਲਤ ਗੱਲ ਹੈ। ਮੈਂ ਤਾਂ ਕਹਿ ਰਿਹਾ ਜੀ ਸਰਸਾ ਜੀ, ਅਸੀਂ ਕਹਿ ਰਹੇ ਹਾਂ ਗਰੇਵਾਲ ਸਾਹਿਬ ਹੁਣ ਜਿਹੜੀ ਗੱਲ ਕੀਤੀ ਮੇਰੀ ਜਾਵੇ, ਉਹ ਸਬੂਤ ਦੇਵੇ। ਅਸੀਂ ਅਗਰ ਕਹਿ ਰਹੇ ਹਾਂ, ਤੁਸੀਂ ਇਸ ਗੱਲ ਨੂੰ ਗੁੱਸਾ ਕਰ ਰਹੇ ਹੋ ਤੇ ਫਿਰ ਆਪਾਂ ਇੱਕ ਵਾਰ ਸਿਰਸਾ ਸਾਹਿਬ ਕੁਝ ਪੁੱਛ ਰਹੇ ਨੇ ਗਰੇਵਾਲ ਸਾਹਿਬ, ਉਸ ਤੋਂ ਬਾਅਦ ਜਵਾਬ। ਹਾਂਜੀ ਸਿਰਸਾ ਗਰੇਵਾਲ ਸਾਹਿਬ, ਜਿਵੇਂ ਤੁਸੀਂ ਕਿਹਾ ਇੱਕ ਸਿੱਖ ਦਾ ਕਤਲ ਹੋਇਆ, ਸਿੱਖ ਦਾ ਕਤਲ ਕਿਤੇ ਵੀ ਹੋਵੇ, ਅਸੀਂ ਵੀ ਉਹਨਾਂ ਚੋਂ ਹੀ ਆ। ਮੈਂ ਤੇ ਖੈਰ ਹੁਣ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਸਭ ਤੋਂ ਜ਼ਿਆਦਾ ਬੋਲਣ ਵਾਲਾ ਚੋਂ ਆ। ਪਰ ਚਲੋ ਆਪਣੀ ਗੱਲ ਕਰੀ ਠੀਕ ਦੱਸਦੀ। ਮੇਰੀ ਇਹ ਬੇਨਤੀ ਆ, ਤੁਸੀਂ ਜਿਹੜੀ ਗੱਲਾਂ ਕਰ ਰਹੇ ਜੇ ਮੈਂ ਦਰੁਸਤ ਆ, ਲੇਕਿਨ ਜਿਹੜਾ ਦਿੱਲੀ 'ਚ ਮਾਰਿਆ, ਜਿਹੜਾ ਪੰਜਾਬ 'ਚ ਮਾਰਿਆ ਗਿਆ, ਕਿਆ ਇਹ ਸਿੱਖ ਨਹੀਂ ਸੀ ਸਿੱਧੂ ਮੂਸੇਵਾਲਾ? ਤੁਸੀਂ ਕਿਉਂ ਨਹੀਂ ਟਰੂਡੋ ਨੂੰ ਪੁੱਛਦੇ ਵੀ ਤੂੰ ਉਹਨੂੰ ਉੱਥੇ ਰੱਖ ਕੇ ਆਤੰਕੀਆਂ ਨੂੰ ਤੂੰ ਰੱਖ ਕੇ ਬੈਠਾ ਹੈ? ਤੂੰ ਕਿਸ ਮੂੰਹ ਨਾਲ ਕਹਿੰਦਾ ਪਿਆ ਕਿ ਸਾਡਾ ਮੁਲਕ ਜ਼ਿੰਮੇਵਾਰ ਆ? ਦੇ ਸਬੂਤ ਸਾਨੂੰ, ਸਾਡਾ ਮੁਲਕ ਜ਼ਿੰਮੇਵਾਰ ਆ। ਤੁਸੀਂ ਸਾਨੂੰ ਭਾਰਤ ਨੂੰ ਸਵਾਲ ਪੁੱਛੀ ਜਾ ਰਹੇ ਜੀ। ਪੁੱਛਣਾ ਟਰੂਡੋ ਨਾਲ ਪੁੱਛੀ ਭਾਰਤ ਨੂੰ ਸਵਾਲ ਕਰੋ। ਯਾਰ ਇਹ ਤਾਂ ਗਲਤ ਗੱਲ ਆ ਨਾ। ਭਾਰਤ ਨੇ ਕਿਸੇ ਗੱਲ ਇਹ ਦੱਸੋ, ਦੇਖੋ ਗਲਤ ਪ੍ਰਚਾਰ ਨਾ ਕਰੋ, ਗਲਤ ਪ੍ਰਚਾਰ ਨਾ ਕਰੋ। ਹੁਣ ਪ੍ਰਚਾਰ ਕਰਨਾ ਕਿਉਂ? ਮੈਂ ਗਲਤ ਪ੍ਰਚਾਰ ਕਰਨਾ ਜੀ? ਮੈਂ ਗਲਤ ਕਰਨਾ, ਹੁਣ ਮੈਂ ਵੀ ਗਲਤ ਹੋ ਗਿਆ। ਅੱਛਾ ਚਲੋ, ਹੁਣ ਠੀਕ ਹੋਣਾ ਦੱਸ ਦਿਓ, ਠੀਕ ਹੋਣਾ ਵੀ ਦੱਸ ਦਿਓ। ਮਤਲਬ ਜਿਹੜਾ ਗੱਲ ਤੁਹਾਨੂੰ ਸਵਾਲ ਪੁੱਛੇਗਾ ਗਲਤ ਹੋ ਗਿਆ। ਚਲੋ ਜਵਾਬ ਲਈਏ ਸਿਰਸਾ ਸਾਹਿਬ ਗਰੇਵਾਲ ਸਾਹਿਬ। ਹਾਂਜੀ ਮੈਨੂੰ ਇਹ ਗੱਲ ਕਹਿਣ ਦੱਸਣ ਜਿਹੜੀ ਮੈਂ ਗੱਲ ਕਹੀ ਆ ਕਿ ਮੈਂ ਉਸ ਜਿਹੜਾ ਸੋ-ਕਾਲਡ ਪੰਨੂ ਦੇ ਖਿਲਾਫ ਆ, ਕੀ ਮੈਨੂੰ ਹੁਣ ਇਹ ਮੰਨਦੇ ਆ ਇਸ ਗੱਲ ਨੂੰ ਕਿ ਅਸੀਂ ਮੰਨਦੇ ਹੋ ਨਾ? ਗਰੇਵਾਲ ਸਾਹਿਬ ਪਹਿਲੀ ਗੱਲ ਸਮਝ ਲਓ, ਹਰੇਕ ਸਿੱਖ ਨੂੰ ਉਹਨਾਂ ਹੀ ਡਰਦੇ ਆ। ਫਰਕ ਇੰਨਾ ਹੈ, ਕੋਈ ਖੁੱਲ ਕੇ ਮਾੜੀ ਗੱਲ ਕਰ ਦਿੰਦਾ, ਕੋਈ ਮਾੜੀ ਦਬਾ ਕੇ ਗੱਲ।
ਅਸੀਂ ਸਾਰੇ ਸਿੱਖਾਂ ਨੂੰ ਦੱਸੋ, ਤੁਸੀਂ ਉਹਨਾਂ ਸਿੱਖਾਂ ਤੋਂ ਜਿਹੜੇ ਦਰਦ ਵਾਲੇ ਜੀ ਆਣਗੇ, ਅਸੀਂ ਕਹਿੰਦੇ ਤੁਹਾਨੂੰ ਦਰਦ ਨਹੀਂ ਹੈਗਾ। ਜੀ ਸੁਣ ਲਓ, ਅਸੀਂ ਕਹਿ ਰਹੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ UN ਜਾਵੇ ਕਿ ਸਾਡੇ ਦੇਸ਼ ਦੇ ਖਿਲਾਫ ਟਰੂਡੋ ਨੇ ਇਹ ਜ਼ਿਕਰ ਕੀਤਾ, ਉਹਦਾ ਸਬੂਤ ਦੇਵੇ। ਜੇ ਉਹ ਕੋਲ ਸਬੂਤ ਆ ਤਾਂ ਫਿਰ ਇਸ ਗੱਲ ਦਾ ਅਸੀਂ ਕਦੋਂ ਕਹਿੰਦੇ ਆ ਵੀ ਸ਼ੱਕ ਦੇ ਮਾਮਲੇ 'ਚ ਉਸ ਗੱਲ ਤੇ ਤੁਹਾਨੂੰ ਦੋਸ਼ੀ ਠਹਿਰਾਇਆ ਜਾ ਰਿਹਾ। ਨਾਲੇ ਮੈਂ ਤਾਂ ਤੁਹਾਡੇ ਦੇਸ਼ ਦਾ ਨਾਗਰਿਕ ਆ, ਮੈਂ ਕਿਉਂ ਤੁਹਾਨੂੰ ਦੋਸ਼ੀ ਠਹਿਰਾਊਂਗਾ? ਇਹ ਗੱਲ ਠੀਕ ਆ ਕਿ ਸਿੱਖਾਂ ਨਾਲ ਅੱਜ ਜੋ ਹਿੰਦੁਸਤਾਨ 'ਚ ਵਾਪਰ ਰਿਹਾ ਤੁਸੀਂ ਅੱਖਾਂ ਮੀਚ ਕੇ ਦੇਖ ਰਹੇ ਹੋ, ਪਰ ਚਲੋ ਖੈਰ ਉਹਦੀ ਵੀ ਕੋਈ ਗੱਲ ਨਹੀਂ, ਪਰ ਫਿਰ ਵੀ ਅਸੀਂ ਦੇਸ਼ ਦੇ ਨਾਗਰਿਕ ਆ ਨਾ। ਮੈਂ ਤਾਂ ਕਹਿ ਰਿਹਾ ਕਿ ਮੈਂ ਖਾਲਿਸਤਾਨੀ ਨਹੀਂ ਹੈਗਾ, ਪਰ ਸਾਨੂੰ ਖਾਲਿਸਤਾਨੀ ਨਾ ਬਣਾਓ ਹਰ ਸਿੱਖ ਨੂੰ। ਜੇ ਕੋਈ ਸਿੱਖਾਂ ਦੀ ਗੱਲ ਕਰਦਾ ਆਪੇ ਬਣੀ ਜਾਓਗੇ। ਅੱਜ ਬੜਾ ਟਾਈਮ ਕੋਈ ਤੁਹਾਨੂੰ ਖਾਲਿਸਤਾਨੀ ਕਹਿ ਨਹੀਂ ਰਿਹਾ, ਤੁਹਾਨੂੰ ਕੋਈ ਖਾਲਿਸਤਾਨੀ ਕਹਿੰਦਾ ਨਹੀਂ। ਹੁਣ ਗਰੇਵਾਲ ਸਾਹਿਬ ਕਿ ਇਕੱਲੇ ਹੀ ਬੋਲਣ ਆਏ ਟੀਵੀ ਤੇ, ਫਿਰ ਮੈਂ ਰੱਖ ਦਿੰਦਾ ਜੇ ਤੁਸੀਂ ਇਕੱਲੇ ਹੀ ਗੱਲ ਕਰਨੀ ਆ ਤੇ ਗੱਲ ਆ। ਨਾ ਤੁਹਾਨੂੰ ਕੋਈ ਖਾਲਿਸਤਾਨੀ ਕਹਿ ਰਿਹਾ, ਨਾ ਤੁਹਾਨੂੰ ਕਹਿਣ ਦੀ ਗੱਲ ਕਰਦਾ ਪਿਆ ਹੈ। ਤੁਸੀਂ ਆਪੇ ਹੀ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਹੁਣ ਆਪੇ ਕਹਿਣ ਲੱਗ ਪਏ ਟਰੂਡੋ ਵਾਸਤੇ UN ਜਾਵੇ। ਹੁਣ ਯਾਰ ਇਹ ਕੋਈ ਤਰੀਕਾ ਥੋੜਾ, ਭਾਰਤ UN ਜਾਊਗਾ ਵੀ ਗਰੇਵਾਲ ਸਾਹਿਬ ਨੂੰ ਪੁੱਛ ਕੇ ਜਾਊਗਾ ਵੀ ਭਾਰਤ UN ਜਾਊਗਾ, ਅਮਰੀਕਾ ਜਾਊ, ਕੈਨੇਡਾ ਜਾਊਗਾ। ਇਹ ਤੇ ਵਿਦੇਸ਼ ਨੀਤੀ ਦਾ ਹਿੱਸਾ ਹੋ ਸਕਦਾ, ਮੇਰਾ ਤੁਹਾਡਾ ਹਿੱਸਾ ਤਾਂ ਨਹੀਂ ਹੋ ਸਕਦਾ। ਵਿਦੇਸ਼ ਨੀਤੀ ਤੈਅ ਕਰੂਗੀ, ਪਰ ਭਾਰਤ ਨੇ ਬੜਾ ਸਪਸ਼ਟ ਦੱਸਿਆ ਬਈ ਕੋਈ ਸਾਡਾ ਆਦਮੀ ਇਨਵੋਲਵ ਹੋਵੇ ਦੱਸੋ। ਸ਼ੱਕ ਦੇ ਆਧਾਰ ਦੇ ਉੱਤੇ ਸਾਡੇ ਹੀ ਤੁਸੀਂ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ। ਸ਼ੱਕ ਦੇ ਆਧਾਰ ਤੇ ਤੁਸੀਂ ਗੱਲਾਂ ਕਰਤੀਆਂ, ਬਜਾਏ ਕਿ ਅਸੀਂ ਸਵਾਲ ਟਰੂਡੋ ਨੂੰ ਪੁੱਛੀਏ। ਤੁਸੀਂ ਆਪਣੇ ਭਾਰਤ ਤੇ ਹਾਂਜੀ ਜੀ ਭਾਰਤ ਦੀ ਏਜੰਸੀਆਂ ਨੇ ਕਿਉਂ ਕਰਤਾ, ਕਿਵੇਂ ਕਰਤਾ ਜੀ, ਇਹ ਸਿਰਫ ਚੁੱਪ ਕਿਉਂ ਆ ਜੀ ਫਲਾਣਾ। ਬਈ ਮੈਂ ਤੇ ਚੁੱਪ ਨਹੀਂ, ਮੈਂ ਤੇ ਬੋਲ ਹੀ ਰਿਹਾ, ਪਰ ਮੈਂ ਤੇ ਪੁੱਛਦਾ ਪਿਆ ਕੋਈ ਗੱਲ ਲਿਆ ਕੇ ਸਾਨੂੰ ਨਾਮ ਦੇਵੇ, ਅਸੀਂ ਜਾ ਕੇ ਹੁਣ ਪ੍ਰਧਾਨ ਮੰਤਰੀ ਜੀ ਨੂੰ ਪੁੱਛ ਲਵਾਂਗੇ, ਪਰ ਕੋਈ ਗੱਲ ਤੇ ਕਰੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਅੱਤਵਾਦੀ ਨੂੰ ਸਪੋਰਟ ਕਰਦੇ ਅਸੀਂ ਅੱਖਾਂ ਮੀਟ ਲਾਂਗੇ। ਪੰਜਾਬ ਬਰਬਾਦ ਹੋਇਆ ਪਹਿਲਾਂ ਵੀ, ਅੱਤਵਾਦ ਨੇ ਮਾਰਿਆ ਪੰਜਾਬ ਨੂੰ, ਨਸ਼ੇ ਪੰਜਾਬ ਨੂੰ ਮਾਰਦੇ ਪਏ ਆ, ਉਧਰੋਂ ਪਾਕਿਸਤਾਨ ਪੰਜਾਬ ਨੂੰ ਮਾਰਦਾ ਪਿਆ ਹੈ। ਜਿਹੜੇ ਲੋਕ ਇਹ ਕੰਮ ਕਰਦੇ ਪਏ ਨੇ ਪਾਕਿਸਤਾਨ ਤੋਂ ਸਪੋਰਟ ਲੈ ਕੇ ਤਾਂ ਸਾਨੂੰ ਉਧਰੋਂ ਮਾਰਦੇ ਨਹੀਂ, ਉਧਰੋਂ ਨਸ਼ੇ ਰਾਹੀਂ ਮਾਰਦੇ ਆ, ਉਧਰੋਂ ਅਸਲੇ ਰਾਹੀਂ ਮਾਰਦੇ ਆ। ਸਭ ਤੋਂ ਵੱਡੀ ਮਾਰ ਹੋਣ ਪੈ ਜਾਣੀ ਜਿਹੜਾ ਕੈਨੇਡਾ ਔਰ ਇੰਡੀਆ ਦੀ ਲੜਾਈ ਸ਼ੁਰੂ ਹੋ ਗਈ ਆ, ਇਹਦਾ ਨੁਕਸਾਨ ਫੇਰ ਸਿੱਖਾਂ ਨੂੰ ਆ। ਉੱਧਰ ਬੈਠੇ ਸਾਡੇ ਆਪਣੇ ਸਿੱਖ ਨੇ, ਇੱਧਰ ਬੈਠੇ ਸਾਡੇ ਆਪਣੇ ਨੇ, ਕਿਸੇ ਦਾ ਭਰਾ ਕਿਸੇ ਦੀ ਭੈਣ, ਦੋਵੇਂ ਮੁਲਕਾਂ 'ਚ ਅਸੀਂ ਬੈਠੇ ਆ। ਸਾਡਾ ਹੀ ਦੋਵਾਂ ਮੁਲਕਾਂ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ। ਪਰ ਬਜਾਏ ਇਹਦੇ ਕਿ ਅਸੀਂ ਆਪਣੇ ਭਾਰਤ ਕਿ ਅਸੀਂ ਕੈਨੇਡਾ ਦੇ ਸਵਾਲ ਪੁੱਛਣ ਦੀ ਬਜਾਏ ਉਹ ਜਵਾਬ ਨਹੀਂ ਦੇਣ ਨੂੰ ਤਿਆਰ। ਉਹ ਅੱਜ ਫੇਰ ਕਹਿ ਰਹੇ ਨੇ ਕਿ ਸਾਨੂੰ ਸ਼ੱਕ ਆ, ਔਰ ਅਸੀਂ ਸ਼ੱਕ ਦੇ ਉੱਤੇ ਹੀ ਅਸੀਂ ਪਿੱਛੇ ਭੱਜ ਪਏ। ਨਹੀਂ ਜੀ ਸਾਨੂੰ ਜਵਾਬ ਦਿਓ, ਜਵਾਬ ਮੰਗਣਾ ਉਹਨਾਂ ਤੋਂ ਮੰਗੋ ਜਿਹੜਾ ਸ਼ੱਕ ਕਹਿ ਰਹੇ ਨੇ। ਦੱਸੋ ਕਿਹੜੀ ਗੱਲ ਤੋਂ ਤੁਸੀਂ ਸ਼ੱਕ ਕਰ ਰਹੇ ਹੋ? ਹਾਂਜੀ ਗੱਲ ਬਦਨਾਮ ਕਰਦੇ ਆ ਜੋ ਸਾਨੂੰ ਤੁਸੀਂ ਆਪਸ ਚ ਲੜਾਈ, ਜੋ ਸਾਨੂੰ ਪੁੱਛ ਰਹੇ ਹੋ ਇੱਕ ਦੇ ਸਿੱਖਾਂ ਨੂੰ ਆਪਸ ਚ ਲੜਾਈ ਜਾ ਰਹੇ ਜੇ। ਅਰੇ ਬੜੇ ਵੱਡੇ ਸਵਾਲ ਨੇ ਗਰੇਵਾਲ ਸਾਹਿਬ। ਸੋ ਮੇਰੀ ਬੇਨਤੀ ਤੁਸੀਂ ਜ਼ਿੰਮੇਵਾਰ ਨੇ, ਮੈਂ ਤਾਂ ਤੁਹਾਨੂੰ ਰਿਕੁਐਸਟ ਹੀ ਕਰ ਸਕਦਾ। ਬਾਕੀ ਮੈਂ ਸਰਸਾ ਜੀ ਇਹੋ ਹੀ ਕਹਿ ਰਿਹਾ। ਹੁਣ ਤੁਸੀਂ ਬੋਲਿਆ, ਹੁਣ ਮੈਂ ਤੁਹਾਡੇ ਗੱਲ ਤੇ ਰੁਕਾਵਟ ਨਹੀਂ ਬਣਿਆ। ਤੁਸੀਂ ਮੈਨੂੰ ਦੱਸੋ ਕਿ ਅਸੀਂ ਕਦੋਂ ਕਹਿੰਦੇ ਆ ਵੀ ਬਈ ਤੁਹਾਡਾ ਜਿਹੜਾ BJP ਕਟਹਿਰੇ 'ਚ, ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਟਰੂਡੋ ਨੇ ਜੇ ਗੱਲ ਕਹੀ ਉਹਦਾ ਸਬੂਤ ਦੇਵੇ, ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਹਿੰਦੁਸਤਾਨ ਇਸ ਗੱਲ ਦਾ ਰੌਲਾ ਪਾਵੇ ਵੀ ਭਾਈ ਸਾਨੂੰ ਸਬੂਤ ਦੇ। ਅਸੀਂ ਕਦੋਂ ਤੁਹਾਨੂੰ ਕਹਿੰਦੇ ਆ? ਅਸੀਂ ਤਾਂ ਇਹ ਕਹਿੰਦੇ ਆ ਕਿ ਜੇ ਕੋਈ ਮੁੱਦਾ ਉੱਠਿਆ ਵਾ ਉਸ ਮੁੱਦੇ ਲਈ ਅਸੀਂ ਰੌਲਾ ਪਾਈਏ। ਮੈਂ ਤੁਹਾਡੇ ਨਾਲ ਵੱਧ ਫਿਕਰਮੰਦ ਆ ਕਿ ਮੋਦੀ ਸਾਹਿਬ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਾਹਰ ਜਾਏਗਾ ਤੇ ਸਿੱਖ ਉਹਦੀ ਵਿਰੋਧਤਾ ਕਰਨਗੇ, ਤੇ ਮੈਨੂੰ ਇਸ ਗੱਲ ਤੇ ਨਮੋਸ਼ੀ ਆਏਗੀ, ਕਿਉਂਕਿ ਜਿਹੜੀ ਗੱਲ ਤੁਸੀਂ ਕਹਿਤੀ ਆ ਤੁਸੀਂ ਸਮਝਦੇ ਹੋ ਕਿ ਜੋ ਹੁਣ ਹਾਲਾਤ ਬਣ ਗਏ ਇਹਦੇ ਨਾਲ ਸਿੱਖਾਂ ਤੇ ਖਾਸ ਤੌਰ ਤੇ ਪੰਜਾਬ ਤੇ ਬੜੀ ਵੱਡੀ ਗਾਜ ਗਿਰਨ ਵਾਲੀ ਆ। ਮੈਨੂੰ ਨਹੀਂ ਲੱਗਦਾ ਕਿ ਸਰਸਾ ਜੀ ਜਾਂ ਤੁਸੀਂ ਜਾਂ ਮੈਂ ਇਸ ਮਸਲੇ ਨੂੰ ਹੱਲ ਕਰ ਦੋਗੇ। ਆਉਣ ਵਾਲਾ ਸਮਾਂ ਬੜਾ ਮਾੜਾ। ਤੁਸੀਂ ਆਪ ਕਿਹਾ ਪਾਕਿਸਤਾਨ ਸਾਡਾ ਗੁਆਂਢੀ ਆ, ਉਸ ਨੂੰ ਅਸੀਂ ਮੁੱਦਾ ਦੇ ਰਹੇ ਆ, ਉਸ ਨੂੰ ਅਸੀਂ ਇਸ ਗੱਲ ਲਈ ਕਿਉਂਕਿ ਉਹ ਸਾਡੇ ਅੰਦਰ ਬੜੇ ਸਾਨੂੰ ਅਸੀਂ ਨਹੀਂ ਦੇ ਰਹੇ, ਕੈਨੇਡਾ ਦੇ ਰਿਹਾ। ਫਿਰ ਤੁਸੀਂ ਕਹਿੰਦੇ ਅਸੀਂ ਦੇ ਰਹੇ ਹਾਂ, ਅਸੀਂ ਨਹੀਂ ਦੇ ਰਹੇ, ਕੈਨੇਡਾ ਦੇ ਰਿਹਾ। ਵੀ ਕਮਾਲ ਹੋ ਕੇ ਅਸੀਂ ਕਿਵੇਂ ਦੇ ਰਹੇ ਹਾਂ? ਦੱਸੋ ਜੀ ਇਹ ਕਿਵੇਂ ਤੁਸੀਂ ਕਹਿ ਰਹੇ ਅਸੀਂ ਦੇ ਰਹੇ ਹਾਂ? ਇਹ ਤਾਂ ਗਲਤ ਆ ਗਰੇਵਾਲ ਸਾਹਿਬ। ਫਿਰ ਉਹੀ ਗੱਲ ਹੈ, ਘੁੰਮ ਕਮਾ ਕੇ ਤੁਸੀਂ ਮੁਲਕ ਨੂੰ ਬਦਨਾਮ ਕਰਨਾ ਹੈ, ਭਾਰਤ ਦੀ ਗੱਲ ਕਰਨੀ ਤੇ ਗਲਤ ਗੱਲ। ਅਸੀਂ ਕਿਵੇਂ ਮੁੱਦਾ ਦੇ ਰਹੇ ਪਾਕਿਸਤਾਨ? ਦੱਸੋ ਤੁਸੀਂ ਕਿਹੜਾ ਮੁੱਦਾ ਜੀ ਗਲਤ ਕਰ ਰਹੇ ਹੋ? ਦੇਖੋ ਨਿਚੋੜ ਇਹੀ ਹੈ। ਦੇਖੋ ਗਰੇਵਾਲ ਸਾਹਿਬ ਸਵਾਲ ਇਹ ਸਿਰਸਾ ਸਾਹਿਬ ਇਹ ਕਰ ਰਹੇ ਨੇ ਕਿ ਇਕੱਠੇ ਹੋ ਕੇ, ਭਾਵੇਂ ਉਹ SGPC ਹੈ, ਭਾਵੇਂ ਉਹ BJP ਹੈ, ਭਾਵੇਂ ਉਹ ਕਾਂਗਰਸ ਹੈ, ਹਰ ਇੱਕ ਨੂੰ ਇਸ ਹੱਕ 'ਚ ਬਿਆਨ ਦੇਣਾ ਚਾਹੀਦਾ। ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸਦੇ ਕਤਲ ਦੇ ਵਿੱਚ ਇਨਵੋਲਵਮੈਂਟ ਹੋ ਸਕਦੀ ਹੈ? ਜਦੋਂ ਜਵਾਬ ਦੇ ਰਿਹਾ ਭਾਰਤ, ਕਿਉਂਕਿ ਉਹ ਕਹਿ ਰਹੇ ਨੇ, ਉਹ ਫਿਰ ਕਹਿ ਰਹੇ ਨੇ ਕਿ ਜੇਕਰ ਮੈਂ ਪਾਰਲੀਮੈਂਟ ਦੇ ਵਿੱਚ ਕੋਈ ਬਿਆਨ ਦਿੱਤਾ ਹੈ ਤਾਂ ਉਹ ਭਰੋਸੇਯੋਗ ਹੈ। ਟਰੂਡੋ ਨੇ ਫਿਰ ਦੁਹਰਾਇਆ ਹੈ। ਸਵਾਲ ਤਾਂ ਇੱਥੇ ਹੀ ਹੈ ਨਾ। ਹਾਂਜੀ, ਗੱਲ ਦਾ ਅਰਥ ਤਾਂ ਸਮਝਿਆ ਜਾਵੇ ਜੀ। ਦੇਖੋ ਹੁਣ ਇਹਨਾਂ ਧੱਕਾ ਨਾ ਕਰੋ। ਅਸੀਂ ਤਾਂ ਕਹਿ ਹੀ ਰਹੇ ਹਾਂ ਵੀ ਜੇ ਉਹਨੇ ਕੋਈ ਗੱਲ ਕਹੀ ਉਹਦਾ ਸਬੂਤ ਦੇਵੇ, ਤੇ ਅਸੀਂ ਤਾਂ ਦੇਸ਼ ਦੇ ਨਾਲ ਖੜੇ ਹਾਂ। ਬਈ BJP ਇਸ ਗੱਲ ਲਈ ਰੌਲਾ ਪਾਵੇ ਵੀ ਭਾਈ ਸਾਡੇ ਤੇ ਇਲਜ਼ਾਮ ਲਾਇਆ ਇਹਨੇ, ਜੇ ਕੋਈ ਸਬੂਤ ਹੈਗਾ ਤਾਂ ਦੇਵੇ। BJP ਕਿਉਂ? ਸਵਾਲ ਇੱਥੇ ਹੈ ਨਾ, ਸਿਰਫ BJP ਕਿਉਂ? ਸਵਾਲ ਇਹੀ ਕਰ ਰਹੇ ਨੇ ਸਿਰਸਾ ਸਰਕਾਰ ਦੀ ਗੱਲ ਕਰ ਰਹੇ ਹਾਂ, ਸਰਕਾਰ ਦੀ ਗੱਲ ਕਰ ਰਹੇ ਹਾਂ। ਮੇਰਾ
ਅੱਜ ਦੇ ਮਸਲੇ 'ਚ ਮੈਂ ਬੀਜੇਪੀ ਸਰਕਾਰ ਦਾ ਦੇਤਾ। ਮੈਂ ਹੁਣ ਕਹਿ ਦਿੰਦਾ ਵੀ ਸਰਕਾਰ ਇਸ ਗੱਲ ਦੀ ਰੌਲਾ ਪਾਵੇ ਇੰਟਰਨੈਸ਼ਨਲ ਪੱਧਰ ਤੇ ਕਿ ਕਿਉਂ ਸਾਡੇ ਤੇ ਇਲਜ਼ਾਮ ਲਾ ਰਹੇ ਨੇ। ਮੈਂ ਕਦੋਂ ਇਸ ਗੱਲ ਦੀ ਹਮਾਇਤ 'ਚ ਆ ਵੀ ਇਹ ਟਰੂਡੋ ਨੇ ਕਿਹਾ ਸਹੀ ਆ ਉਹ। ਅਸੀਂ ਤਾਂ ਕਹਿੰਦੇ ਆ ਵੀ ਉਹਨੇ ਜਿਹੜੀ ਇਹ ਕੀਤੀ ਆ ਉਹਦਾ ਸਬੂਤ ਹੋਵੇ ਵੀ ਇਹ ਝੂਠੀ ਗੱਲ ਆ। ਕਿਉਂ ਸਿੱਖਾਂ ਦਾ ਜਿਹੜਾ ਨੁਕਸਾਨ ਹੋਊਗਾ ਇਸ ਗੱਲ ਦੀ, ਦੇਸ਼ ਦੇ ਅੰਦਰ ਨਫ਼ਰਤ ਪੈਦਾ ਹੋਊਗੀ। ਭਾਵੇਂ ਵੀ ਇਹ ਆਸਟ੍ਰੇਲੀਆ 'ਚ ਤੁਸੀਂ ਦੇਖਿਆ ਹੀ ਆ ਕਿ ਮੰਦਰ ਦੇ ਖਿਲਾਫ ਮੰਦਰ ਤੇ ਨਾਅਰੇ ਲੈ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ, ਪਰ ਇਨਵੈਸਟੀਗੇਸ਼ਨ ਕਹਿੰਦੀ ਆ ਵੀ ਜਿਹੜੇ ਮੰਦਰ ਦੇ ਲੋਕ ਜਿਹੜੇ ਆ ਉਹ ਇਸ ਗੱਲਾਂ ਸਰਤਾ ਜੀ ਇਸ ਗੱਲ ਤੇ ਵੀ ਬੋਲੋ ਕਿ ਸਿੱਖਾਂ ਦੇ ਖਿਲਾਫ ਇੱਕ ਏਜੰਡਾ ਤਿਆਰ ਕੀਤਾ ਜਾ ਰਿਹਾ। ਤੁਸੀਂ ਉੱਥੇ ਬੈਠੇ ਹੋ, ਤੁਹਾਨੂੰ ਕਹਿਣਾ ਚਾਹੀਦਾ। ਤੁਸੀਂ ਰੱਖੋ ਬੋਲ ਚੁੱਪ ਕਰੋ। ਤੁਹਾਨੂੰ ਬੋਲਦਾ ਮੈਂ ਤੁਹਾਨੂੰ ਇਹਦਾ ਵੀ ਜਵਾਬ ਪੁੱਛੂੰਗਾ, ਫਿਰ ਜਿਹੜਾ ਜਵਾਬ ਵੀ ਦਿਓ ਜੇ ਨਾਲ। ਜੀ ਗਰੇਵਾਲ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਬਿਲਕੁਲ ਦਰੁਸਤ ਕਹੀ ਆ। ਜਿਹੜੇ ਲੋਕ ਤੁਸੀਂ ਮੰਦਿਰ ਦੀ ਹੁਣੇ ਗੱਲ ਕੀਤੀ ਆ, ਕਿਆ ਇਹ ਗੱਲ ਤੁਸੀਂ ਮੰਨਣ ਨੂੰ ਤਿਆਰ ਜੇ ਕਿ ਮੰਦਿਰ ਗੁਰਦੁਆਰਾ ਹੁਣ ਭਾਵੇਂ ਕੋਈ ਧਾਰਮਿਕ ਸਥਾਨ ਹੋਵੇ, ਭਾਵੇਂ ਉੱਥੇ ਹਿੰਦੂ ਸ਼ਰਾਰਤ ਕਰਦਾ ਹੋਵੇ, ਭਾਵੇਂ ਸਿੱਖ ਸ਼ਰਾਰਤ ਕਰਦਾ ਹੋਵੇ, ਤੁਸੀਂ ਕਦੀ ਮੰਨਣ ਨੂੰ ਤਿਆਰ ਜੇ ਕਿ ਸ਼ਰਾਰਤ ਹੋਣੀ ਚਾਹੀਦੀ ਆ? ਜਦੋਂ ਇਹ ਕੰਮ ਲਿਖੇ ਜਾ ਰਹੇ ਆ, ਲਿਖ ਕੇ ਆਪਣੇ ਲੋਕ ਉੱਥੇ ਵੀਡੀਓ ਪਾ ਰਹੇ ਆ, ਕੈਨੇਡੀਅਨ ਐਮਬੈਸੀ ਦੇ ਬਾਹਰ, ਇੰਡੀਅਨ ਐਮਬੈਸੀ ਦੇ ਬਾਹਰ ਗਾਲਾਂ ਕੱਢ ਕੇ ਮੈਂ ਇਸ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ ਸੀਗਾ। ਮਾਂ ਭੈਣ ਦੀਆਂ ਗਾਲਾਂ ਉੱਥੇ ਲੇਡੀਜ਼ ਨੂੰ ਕੱਢਦੇ ਪਏ ਆ, ਔਰ ਜਿਸ ਤਰ੍ਹਾਂ ਦਾ ਭਾਸ਼ਾ ਬੋਲਦੇ ਪਏ ਭਾਰਤ ਦੇ ਪ੍ਰਤੀ, ਉਹਦੇ ਬਾਅਦ ਉਹ ਖੁਦ ਐਡਮਿਟ ਕਰਦੇ ਪਏ ਅਸੀਂ ਲੋਕਾਂ ਨੇ ਕੀਤਾ ਹੈ। ਅਸੀਂ ਉੱਥੇ ਜਾ ਕੇ ਕੀ ਕਰੀਏ? ਪੰਨੂ ਵਰਗੇ ਗੰਦੇ ਲੋਕ ਵੀਡੀਓ ਪਾ ਕੇ ਕਹਿ ਰਹੇ ਨੇ ਜੇ ਤੁਸੀਂ ਕੈਨੇਡਾ ਦੀ ਅੱਜ ਹਮਾਇਤ ਕਰਦੇ ਪਏ ਜੇ, ਉੱਥੇ ਪੰਨੂ ਗੰਦ ਬੋਲਦਾ ਪਿਆ ਹਿੰਦੂ 4 ਦਿਨਾਂ 'ਚ ਛੱਡ ਦੇਣ। ਇਹ ਕਿਆ ਸਾਡੇ ਸਿੱਖਾਂ ਔਰ ਹਿੰਦੂਆਂ 'ਚ ਪਾੜ ਪਾਉਣ ਵਾਸਤੇ ਸਾਡੇ ਅੰਦਰ ਜਿੰਨਾ ਵੱਡਾ ਜ਼ਹਿਰ ਖੋਇਆ ਜਾ ਰਿਹਾ ਹੈ, ਕਿਤਨਾ ਸੀ ਰਵਾਂਗੇ ਇੱਕ ਦੂਜੇ ਦੇ ਸਮਾਜ ਦੇ ਅੰਦਰ, ਕਿਤਨਾ ਸਾਡੇ ਸਮਾਜ ਦੇ ਲੋਕ ਜਿੰਨਾ ਗੰਦ ਪਾਉਣ ਦਾ ਕੰਮ ਕਰਦੇ ਪਏ ਨੇ। ਗਰੇਵਾਲ ਸਾਹਿਬ ਮੇਰੀ ਬੇਨਤੀ ਸੁਣ ਲਓ, ਇਸ ਬੇਨਤੀ ਸੁਣ ਕਰੋਗੇ। ਜਿੰਨੀ ਜ਼ੋਰ ਦੇ ਨਾਲ ਪ੍ਰੋੜਤਾ, ਜਿੰਨੀ ਜ਼ੋਰ ਨਾਲ ਤੁਸੀਂ ਇੱਥੇ ਰੌਲਾ ਪਾ ਰਹੇ, ਕਿਸੇ ਵੀ ਅਕਾਲੀ ਦਲ ਦੇ ਇੱਕ ਲੀਡਰ ਨੇ ਵੀ ਇੱਕ ਵਾਰ ਵੀ ਬਿਆਨ ਦਿੱਤਾ ਇਸ ਗੱਲ ਤੇ? ਪਾਰਟੀ ਦੇ ਪ੍ਰਧਾਨ ਨੇ, ਪਾਰਟੀ ਦੇ ਬੁਲਾਰੇ ਨੇ ਬੋਲਿਆ ਹੈ ਕਿ ਪੰਨੂ ਵਰਗਾ ਗੰਦਾ ਬੰਦਾ ਹਿੰਦੂ ਸਿੱਖਾਂ 'ਚ ਪਾੜ ਪਾ ਕੇ ਸਾਡੇ ਆਪਣੇ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦਾ ਕੰਮ ਕਰਦਾ ਪਿਆ? ਪੰਜਾਬ ਨੇ ਤਾਂ ਖਮਿਆਜਾ ਭੁਗਤਿਆ। ਪੰਜਾਬ ਇਹਦੇ ਚੱਕਰ ਕਿੰਨੇ ਸਾਲ ਪਿੱਛੇ ਚਲੇ ਗਿਆ। ਇਹ ਗੰਦਾ ਬੰਦਾ ਉੱਧਰ ਬੋਲਦੇ ਨਹੀਂ, ਬੋਲਣ ਆ ਜਾਂਦੇ ਜਦੋਂ ਕੈਨੇਡਾ ਦੇ ਹੱਕ 'ਚ ਭੁਗਤਣ ਆ ਜਾਂਦੇ ਨਹੀਂ। ਦੱਸੋ ਕਿੰਨੇ ਬੋਲਿਆ? ਚਲੋ ਮੈਨੂੰ ਦੱਸ ਦਿਓ ਪੰਨੂ ਦੇ ਖਿਲਾਫ ਕਿੰਨੇ ਬਿਆਨ ਦਿੱਤਾ ਜਿਹੜਾ ਉਹਨੇ ਇੰਨਾ ਬੜਾ ਗੰਦ ਬੋਲਿਆ? ਕੌਣ ਬੋਲਿਆ? ਪਾਰਟੀ ਇੱਕ ਬੰਦੇ ਦਾ ਨਾਮ ਮੈਨੂੰ ਦੱਸੋ। ਚਲੋ ਜਵਾਬ ਲੈਣੇ ਆ। ਹਾਂਜੀ ਗਰੇਵਾਲ ਸਾਹਿਬ। ਮੈਂ ਤਾਂ ਸਰਸਾ ਜੀ ਜਿਹੜੀ ਗੱਲ ਕਮੇਟੀ ਦੀ ਕੀਤੀ ਆ, ਜਿਹੜੀ ਸੁਖਬੀਰ ਨੂੰ ਕੁੱਟਣ ਦੀ ਕੀਤੀ ਆ, ਗਾਲਾਂ ਕੱਢਣ ਦੀ ਕੀਤੀ ਆ, ਤੇ ਜਿਹੜਾ ਸੋ ਕਾਲ ਪੰਨੂ, ਮੈਂ ਤਾਂ ਹੁਣੀ ਬੋਲ ਕੇ ਹਟਿਆ, ਤੁਹਾਨੂੰ ਇਹ ਨਹੀਂ ਸੁਣ ਰਿਹਾ? ਬੜੀ ਹੈਰਾਨੀ ਦੀ ਗੱਲ ਆ। ਮੈਂ ਬੋਲ ਕੇ ਹਟਿਆ, ਤੁਸੀਂ ਦੱਸੋ ਮੈਂ ਸਹੀ ਬੋਲਿਆ ਗਲਤ ਬੋਲਿਆ? ਮੈਂ ਕਹਿ ਰਿਹਾ ਤੁਸੀਂ ਨਹੀਂ ਬੋਲਿਆ, ਮੈਂ ਗੱਲ ਹੋਰ ਕਹੀ, ਤੁਸੀਂ ਮੇਰਾ ਸਵਾਲ ਫਿਰ ਸੁਣਿਆ ਨਹੀਂ। ਮੈਂ ਕਿਹਾ ਜਦੋਂ ਖੁਦ ਹੀ ਇਹ ਕੰਮ ਕਰਦੇ ਪਏ ਨੇ ਉਹਦੇ 'ਚ ਅਸੀਂ ਬਾਤ ਕਰਨ ਜੋਗੇ ਕੀ ਰਹਿ ਜਾਂਦੇ ਆ? ਤੇ ਦੂਜਾ ਮੇਰਾ ਸਵਾਲ ਇਹ ਸੀ ਕਿ ਪਾਰਟੀ ਨੇ ਕਿਸੇ ਵੀ ਬੰਦੇ ਨੇ ਅੱਜ ਤੱਕ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ 'ਚੋਂ ਕਿਸੇ ਨੇ ਵੀ ਸਟੈਂਡ ਲੈ ਕੇ ਖੁੱਲਿਆ ਹੈ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਥੇ ਬਿਆਨ ਦਿੱਤਾ, ਜਿਹੜਾ ਹਰ ਚੀਜ਼ ਦੇ ਚਿੱਠੀ ਕੱਢਦੇ ਆ, ਉਹਨਾਂ ਬਿਆਨ ਦਿੱਤਾ ਹੈ ਵੀ ਇਹ ਸਾਡੀ ਕੌਮ ਨੂੰ ਬਦਨਾਮ ਕਰ ਰਿਹਾ ਹੈ, ਇਹ ਪੰਨੂ ਬਦਨਾਮ ਆਦਮੀ ਆ, ਇਹਦਾ ਸਿੱਖੀ ਨਾਲ ਕੋਈ ਸਰੋਕਾਰ ਨਹੀਂ ਹੈਗਾ, ਇਹ ਜਿਹੜੇ ਗਾਲਾਂ ਕੱਢਦੇ ਨੇ ਇੰਡੀਵਿਜੂਅਲ ਗਾਲਾਂ ਨੇ। ਦੱਸਾ ਕਿਸੇ ਨੇ? ਜਵਾਬ ਲੈਣੇ ਆ ਸਿਰਸਾ ਸਾਹਿਬ। ਹਾਂਜੀ ਗਰੇਵਾਲ ਸਾਹਿਬ। ਸਰਸਾ ਜੀ ਕਿੰਨਾ ਕਿਉਂ ਨਿਆਂ ਕਰ ਰਹੇ ਹੋ? ਮੈਂ ਜਨਰਲ ਸੈਕਟਰੀ ਹਾਂ ਸ਼੍ਰੋਮਣੀ ਕਮੇਟੀ ਦਾ, ਮੈਂ ਬੋਲ ਰਿਹਾ ਬਿਆਨ ਤੋਂ ਆਇਆ ਤੁਹਾਡੇ ਬਿਆਨ ਤੋਂ ਬਾਅਦ ਪਰਸੋਂ ਜੀ ਪ੍ਰਧਾਨ ਜੀ ਪਰਸੋਂ ਬਿਆਨ ਤੁਹਾਡੇ ਬਿਆਨ ਤੋਂ ਬਾਅਦ ਪ੍ਰਧਾਨ ਦੇ ਬਿਆਨ ਦੀ ਕੀ ਲੋੜ ਸੀ? ਜੇ ਤੁਹਾਡੇ ਹੀ ਬੋਲਿਆ ਸਾਰਾ ਕੁਝ ਹੁੰਦਾ ਏ, ਫਿਰ ਸੁਖਬੀਰ ਜੀ ਨੇ ਬਿਆਨ ਕਿਉਂ ਦਿੱਤਾ? ਧਾਮੀ ਸਾਹਿਬ ਨੇ ਬਿਆਨ ਕਿਉਂ ਦਿੱਤਾ? ਬਈ ਤੁਹਾਡੇ ਬਿਆਨ ਨੇ ਅਗਰ ਸਭ ਕੁਝ ਹੁੰਦਾ ਪਿਆ ਤੇ ਬਾਕੀ ਬਿਆਨ ਕਿਉਂ ਦਿੰਦੇ ਨੇ? ਜਿਸ ਤਰ੍ਹਾਂ ਬਾਕੀ ਮੁੱਦਿਆਂ 'ਚ ਬਿਆਨ ਦਿੰਦੇ ਇਹਦੇ 'ਚ ਵੀ ਬਿਆਨ ਦੇਣ। ਇਹ ਨਾ ਕੰਮ ਕਰੋ, ਇਹ 200 ਰਸਤੇ ਕੱਢ ਕੇ ਨਾ ਚੱਲੋ ਵੀ ਕਿਤੇ ਗਰੇਵਾਲ ਅੱਗੇ ਕਰ ਦੋ ਤੇ ਕਿਤੇ ਪਾਰਟੀ ਪ੍ਰਧਾਨ ਅੱਗੇ ਹੋ ਜੇ, ਕਿਤੇ ਧਾਮੀ ਸਾਹਿਬ ਅੱਗੇ ਹੋ ਜਾਣ। ਇਹ ਕੰਮ ਨਾ ਕਰੋ। ਨਾ ਕੌਮ ਨੂੰ ਤੁਸੀਂ ਦੁਵਿਧਾ 'ਚ ਪਾਓ, ਨਾ ਇਸ ਕੌਮ ਦਾ ਨੁਕਸਾਨ ਕਰੋ। 1980 ਦੇ ਦਸ਼ਕ 'ਚ ਇਹੀ ਸਭ ਕੁਝ ਹੋਇਆ ਸੀ, ਔਰ ਹਜ਼ਾਰਾਂ ਸਿੱਖ ਮਾਰੇ ਗਏ ਨੇ। ਪੰਜਾਬ ਨੂੰ ਬਰਬਾਦੀ ਦੀ ਕਗਾਰ ਤੇ ਲੈ ਕੇ ਖੜਿਆ ਕਰਦਾ ਹੈ। ਤੁਹਾਡਾ ਜਿਹੜਾ ਫਰਜ਼ ਬਣਦਾ ਹੈ, ਅੱਜ ਅਸੀਂ ਨੌਜਵਾਨ ਪੜ੍ਹੇ ਲਿਖੇ ਹਾਂ, ਹੁਣ ਤੁਹਾਡਾ ਸਾਡਾ ਫਰਜ਼ ਬਣਦਾ ਆਪਣੀ ਕੌਮ ਦੇ ਨਾਲ ਖੜੇ ਹੋ ਕੇ ਇਸ ਮਸਲੇ ਨੂੰ ਹੱਲ ਕਰੀਏ। ਇਹ ਗੱਲਾਂ ਇਹਨਾਂ ਵੋਟਾਂ ਨਹੀਂ ਮਿਲਣੀਆਂ ਕਿਤੇ ਵੀ। ਮੈਂ ਤੁਹਾਨੂੰ ਫੇਰ ਫਰਜ਼ ਤੁਹਾਡਾ ਬਣਦਾ। ਤੁਸੀਂ ਲੜਾਈ ਬਹੁਤ ਲੜੀ ਆ, ਤੁਹਾਡਾ ਆਪਣਾ ਬਹੁਤ ਪਿਛੋਕੜ, ਬੜੇ ਲੰਬੇ ਸਮੇਂ ਤੇ ਕੌਮ ਵਾਸਤੇ ਖੜੇ ਰਹੇ ਜੀ। ਸੋ